ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜਿੱਥੇ ਨਾਮ ਜਪਣ, ਬਾਣੀ ਪੜ੍ਹਨ, ਚੰਗੇ ਕਰਮ ਕਰਨ ਵਾਸਤੇ ਮਨੁੱਖ ਨੂੰ ਪ੍ਰੇਰਿਆ ਹੈ, ਉੱਥੇ ਵਾਰ-ਵਾਰ ਇਹ ਵੀ ਹੁਕਮ ਕੀਤਾ ਹੈ ਕਿ ਨਾਲ ਦੀ ਨਾਲ ਤੂੰ ਅਰਦਾਸ ਕਰੀ। ਕਿਉਂ? ਮਨੁੱਖ ਦੀ ਅਕਲ ਨਾਲ ਕੀਤਾ ਹੋਇਆ ਪਾਠ ਉਹਨੂੰ ਮੁਕਤ ਨਹੀਂ ਕਰਾ ਸਕਦਾ। ਮਨੁੱਖ ਦੀ ਆਪਣੀ ਅਕਲ ਨਾਲ ਕੀਤੀ ਹੋਈ ਸੇਵਾ ਬੰਦੇ ਨੂੰ ਜਨਮ ਮਰਨ ਤੋਂ ਮੁਕਤ ਨਹੀਂ ਕਰਾ ਸਕਦੀ। ਕਿਉਂ? ਸਾਡੀ ਅਕਲ ਵਿੱਚ ਸਵਾਰਥ ਹੈ, ਸਾਡੀ ਅਕਲ ਮਤ ਦੇ ਅੰਦਰ ਹਉਮੈ ਹੰਕਾਰ ਹੈ। ਕਿਉਂਕਿ ਮਨੁੱਖ ਸੇਵਾ ਉੱਥੇ ਕਰਦਾ ਹੈ ਜਿੱਥੇ ਉਹਨੂੰ ਕੋਈ ਲਾਭ ਹੋਵੇ, ਜਿੱਥੇ ਉਹਨੂੰ ਕੋਈ ਮਾਣ ਸਤਿਕਾਰ ਮਿਲੇ। ਜੇ ਮਾਣ ਸਤਿਕਾਰ ਨਾ ਮਿਲੇ, ਸੇਵਾ ਬੰਦ ਵੀ ਕਰ ਦਈਦੀ ਹੈ। ਬਹੁਤ ਸੱਜਣ ਨੇ ਮੇਰੇ ਜਿਨ੍ਹਾਂ ਨਾਲ ਬਹੁਤ ਪਿਆਰ ਸਤਿਕਾਰ ਹੈ, ਔਰ ਮੈਂ ਸਾਧ ਸੰਗਤ ਉਹਨਾਂ ਨੂੰ ਪੁੱਛਦਾ ਹੁੰਦਾ, ਹੁਣ ਤੁਸੀਂ ਕੈਂਪ ਲਾਉਣੇ ਬੰਦ ਕਿਉਂ ਕਰ ਦਿੱਤੇ? ਹਰੇਕ ਸਾਲ ਤੁਸੀਂ ਆ ਕੇ ਕੈਂਪ ਲਾਉਂਦੇ ਸੀ, ਲੰਗਰ ਲਾਉਂਦੇ ਸੀ, ਭਾਈ ਸਰਦਾਰ ਜੀ ਹੁਣ ਬੰਦ ਕਿਉਂ ਕਰ ਦਿੱਤਾ ਹੈ? ਤਾਂ ਮੋਸਟਲੀ ਉਹਨਾਂ ਦਾ ਜਵਾਬ ਇਹ ਹੁੰਦਾ ਹੈ, ਕਹਿੰਦੇ ਭਾਈ ਸਾਹਿਬ ਜੀ ਛੱਡੋ, ਲੋਕ ਕਦਰੇ ਨਹੀਂ ਕਰਦੇ। ਸਾਡੀ ਸਮਝ, ਸਾਡੀ ਮੱਤ ਵਿੱਚ ਸੇਵਾ ਉਹ ਹੈ ਜਿੱਥੇ ਲੋਕ ਕਦਰ ਕਰਨ। ਸਾਡੀ ਮੱਤ ਵਿੱਚ ਸੇਵਾ ਉਹ ਹੈ ਜਿੱਥੇ ਦੁਨੀਆ ਦੇ ਲੋਕ ਕਦਰ ਕਰਨ, ਸਾਡਾ ਮਾਣ ਸਤਿਕਾਰ ਕਰਨ। ਇਸ ਲਈ ਸਾਡੀ ਮੱਤ ਨਾਲ ਕੀਤੀ ਹੋਈ ਸੇਵਾ, ਜਪਿਆ ਹੋਇਆ ਨਾਮ, ਕੀਤਾ ਹੋਇਆ ਪੁੰਨ ਦਾਨ, ਹਉਮੈ ਹੰਕਾਰ, ਸਵਾਰਥ ਹੁੰਦਾ, ਉਹ ਸਾਨੂੰ ਰੱਬ ਦੀ ਦਰਗਾਹ ਵਿੱਚ ਮੁਕਤ ਨਹੀਂ ਕਰਾ ਸਕਦਾ। ਤਾਈਓਂ ਪਾਤਸ਼ਾਹ ਨੇ ਕਿਹਾ ਗੁਰੂ ਦੀ ਮੱਤ ਮੰਗੀ। ਗੁਰੂ ਦੀ ਮੱਤ ਵਿੱਚ ਇਹ ਹੈ ਵੀ ਜੇ ਕੋਈ ਤੁਹਾਡਾ ਮਾਣ ਕਰੇ ਤਾਂ ਵੀ ਠੀਕ ਹੈ, ਕੋਈ ਨਾ ਕਰੇ ਤਾਂ ਵੀ ਠੀਕ ਹੈ। ਸੇਵਾ ਕਰਨ ਵਾਲਾ ਆਪਣਾ ਰਾਹ ਨਹੀਂ ਬਦਲਦਾ। ਜਦੋਂ ਤੁਸੀਂ ਸੇਵਾ ਸਿਮਰਨ ਰੱਬ ਦੇ ਮਾਰਗ 'ਤੇ ਤੁਰੋਗੇ, ਗੁਰੂ ਦੀ ਮੱਤ ਇਹ ਹੈ, ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਸੇਵਾ ਕਰਨ ਵਾਲੇ ਸੇਵਾ ਨਹੀਂ ਬਦਲਦੇ, ਭਾਵੇਂ ਉਹਨਾਂ ਨੂੰ ਕੋਈ ਮਾੜਾ ਕਵੇ ਭਾਵੇਂ ਚੰਗਾ ਕਵੇ, ਉਹ ਆਪਣਾ ਰਸਤਾ ਨਹੀਂ ਬਦਲਦੇ। ਤਾਈਓਂ ਪਾਤਸ਼ਾਹ ਕਈ ਵਾਰ ਹੁਕਮਨਾਮਾ ਵੀ ਬਖਸ਼ਦੇ। ਹਜ਼ੂਰ ਕਹਿੰਦੇ ਹਰ ਜਨ ਰੱਬ ਦੇ ਪਿਆਰੇ ਜਿਹੜੇ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਗੁਣ, ਆਪਣਾ ਮਾਰਗ, ਆਪਣਾ ਰਸਤਾ ਨਹੀਂ ਛੱਡਦੇ, ਭਾਵੇਂ ਕੋਈ ਨਿੰਦਿਆ ਵੀ ਕਰੇ, ਭਾਵੇਂ ਉਹਨਾਂ ਨੂੰ ਕੋਈ ਮਾੜਾ ਵੀ ਕਹੀ ਜਾਵੇ, ਪਰ ਉਹ ਆਪਣਾ ਮਾਰਗ ਨਹੀਂ ਛੱਡਦੇ। ਉਹ ਰੱਬ ਦੇ ਸੇਵਾ ਵਾਲਾ ਮਾਰਗ ਨਹੀਂ ਤਿਆਗਦੇ। ਇਸ ਲਈ ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ। ਗੁਰੂ ਦੀ ਮੱਤ ਇਹ ਹੈ, ਭਾਵੇਂ ਤੁਹਾਨੂੰ ਕੋਈ ਮਾੜਾ ਵੀ ਕਵੇ, ਤੁਸੀਂ ਸੇਵਾ ਕਰਨੀ ਨਾ ਛੱਡੋ। ਭਾਵੇਂ ਤੁਹਾਨੂੰ ਕੋਈ ਚੰਗਾ ਨਾ ਵੀ ਕਵੇ, ਪੁੰਨ ਦਾਨ ਕਰਨਾ ਨਾ ਛੱਡੋ, ਕਿਉਂਕਿ ਗੁਰੂ ਦੀ ਮੱਤ ਹੈ। ਇਸ ਲਈ ਸਾਧ ਸੰਗਤ, ਬੰਦੇ ਦੀ ਮੱਤ ਪਰਫੈਕਟ ਨਹੀਂ ਹੈ, ਉਹਦੇ ਵਿੱਚ ਕੋਈ ਨਾ ਕੋਈ ਗਲਤੀ, ਕੋਈ ਔਗਣ, ਕੋਈ ਸਵਾਰਥ ਹਰ ਬੰਦੇ ਵਿੱਚ ਰਹਿੰਦਾ ਹੈ। ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਦੁਨੀਆ ਵਿੱਚ ਵੀ ਮੈਂ ਕਦੇ ਕੋਈ ਗਲਤੀ ਨਹੀਂ ਕੀਤੀ। ਹਰ ਬੰਦੇ ਤੋਂ ਕੋਈ ਨਾ ਕੋਈ ਭੁੱਲ ਹੁੰਦੀ ਹੈ, ਔਰ ਸੰਸਾਰ ਵਿੱਚ ਭੁੱਲਾਂ ਦੀ ਮਾਫੀ ਬੰਦਾ ਬੰਦੇ ਨੂੰ ਕਦੇ ਵੀ ਨਹੀਂ ਦੇ ਸਕਦਾ। ਜੇ ਕੋਈ ਬੰਦਾ ਪਰਿਆਂ ਵਿੱਚ ਕਿਸੇ ਦੀ ਗਲਤੀ ਮਾਫ ਵੀ ਕਰਦਾ ਹੈ, ਤੁਹਾਡਾ ਤਜਰਬਾ ਰਹੇਗਾ, ਉਹ ਕਈ ਸਾਲਾਂ ਬਾਅਦ ਵੀ ਸੁਣਾ ਦਿੰਦੇ ਨੇ ਵੀ ਤੈਨੂੰ ਤਾਂ ਉਦੋਂ ਪੰਚਾਇਤ ਵਿੱਚ ਮਾਫੀ ਮੰਗਾਈ ਸੀ। ਪਰ ਰੱਬ ਦਾ ਮਾਰਗ ਜਿਹੜਾ ਹੈ, ਰੱਬ ਦੇ ਕੋਲੋਂ ਕੋਈ ਆਪਣੇ ਕੀਤੀ ਗਲਤੀ ਗੁਨਾਹ ਦੀ ਮਾਫੀ ਮੰਗੇ, ਰੱਬ ਉਸ ਗੁਨਾਹ ਨੂੰ ਮਾਫ ਵੀ ਕਰਦਾ ਹੈ, ਔਰ ਉਸ ਕੀਤੇ ਗੁਨਾਹ ਦੀ ਸਜ਼ਾ ਵੀ ਨਹੀਂ ਉਹਨੂੰ ਦਿੰਦਾ। ਤੇ ਸਾਧ ਸੰਗਤ, ਕਈ ਵਾਰ ਵੱਡੇ ਵੱਡੇ ਪਾਪ ਕਰਨ ਵਾਲਿਆਂ ਨੂੰ ਰੱਬ ਇੰਨਾ ਬਖਸ਼ ਦਿੰਦਾ, ਉਹਨਾਂ ਨੂੰ ਸੰਤ ਬਣਾ ਦਿੰਦਾ, ਉਹਨਾਂ ਨੂੰ ਉਸ ਮਾਰਗ 'ਤੇ ਤੋਰ ਦਿੰਦਾ। ਇਸ ਲਈ ਪਾਤਸ਼ਾਹ ਨੇ ਕਿਹਾ ਜਦੋਂ ਮਾਫੀ ਮੰਗਣੀ ਹੈ, ਉਦੋਂ ਰੱਬ ਕੋਲੋਂ ਤੂੰ ਰੋਜ਼ ਮਾਫੀ ਮੰਗਿਆ ਕਰ। ਮੈਂ ਬਾਹਰ ਵਿਦੇਸ਼ਾਂ 'ਚ ਵੀ ਵੇਖਿਆ, ਇੱਥੇ ਵੀ ਤੁਸੀਂ ਵੇਖਦੇ ਹੋ, 2 ਵਰਡ ਇੱਕ ਦਿਨ ਵਿੱਚ ਲੋਕ ਬਹੁਤ ਯੂਜ਼ ਕਰਦੇ ਨੇ। ਸਭ ਤੋਂ ਵੱਧ 2 ਸ਼ਬਦ ਬੋਲਿਆ ਜਾਂਦਾ ਹੈ। ਇੱਕ ਸ਼ਬਦ ਹੈ, ਲੋਕ ਵਾਰ-ਵਾਰ ਥੈਂਕ ਯੂ ਕਹਿੰਦੇ ਨੇ, ਥੈਂਕਸ ਕਹਿੰਦੇ ਨੇ। ਦੂਜਾ ਸ਼ਬਦ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ, ਸੌਰੀ। ਛੋਟੇ ਜਿਹੇ ਬੱਚੇ ਨੂੰ ਵੀ ਪਹਿਲਾਂ ਪੇਰੈਂਟਸ ਸਿਖਾਉਂਦੇ ਨੇ, ਬੇਟਾ ਥੈਂਕ ਯੂ ਕਰੋ, ਬੇਟਾ ਥੈਂਕ ਯੂ ਕਰੋ। ਉਹ ਇੱਕ ਸਲੀਕਾ ਹੈ, ਇੱਕ ਸਮਾਜ ਵਿੱਚ ਰਹਿਣ ਦਾ ਬਹੁਤ ਸੋਹਣਾ ਤਰੀਕਾ ਹੈ। ਉਹਦੇ ਨਾਲ ਐਂ ਲੱਗਦਾ ਵੀ ਇਹਨੂੰ ਸੈਂਸ ਬਹੁਤ ਹੈ, ਸਮਝਦਾਰ ਬਹੁਤ ਹੈ।
ਗਲਤੀ ਨਾ ਵੀ ਹੋਵੇ ਤਾਂ ਵੀ ਬੰਦੇ ਨੇ ਸੌਰੀ ਕਹਿਣਾ, ਉਹ ਬਾਹਰ ਕਹਿੰਦੇ ਨੇ ਲੋਕ ਇਸ ਤਰ੍ਹਾਂ। ਜੇ ਇਹ ਫਾਰਮੈਲਿਟੀ ਵਿੱਚੋਂ ਚੁੱਕ ਕੇ ਆਪਾਂ ਰਿਐਲਿਟੀ ਵਿੱਚ ਲਿਆਈਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਤੂੰ ਸਵੇਰੇ ਉੱਠ ਕੇ ਰੱਬ ਦਾ ਥੈਂਕਸ ਕਰ, ਉਹਨੇ ਤੈਨੂੰ ਸਵਾਸ ਦਿੱਤੇ ਨੇ, ਸਰੀਰ ਦਿੱਤਾ, ਤੰਦਰੁਸਤੀ ਦਿੱਤੀ ਹੈ, ਤੈਨੂੰ ਰਹਿਣ ਲਈ ਘਰ ਪਰਿਵਾਰ ਬੱਚੇ ਦਿੱਤੇ ਨੇ, ਉਹਦਾ ਸ਼ੁਕਰਾਨਾ ਕਰ, ਥੈਂਕਸ ਕਰ। ਤੇ ਜਦੋਂ ਸਾਰਾ ਦਿਨ ਲੰਘ ਜਾਏ, ਰਾਤੀ ਸੌਣ ਲੱਗਿਆ ਰੱਬ ਕੋਲੋਂ ਸੌਰੀ ਮੰਗ ਲਿਆ ਕਰ, ਮਾਫੀ ਮੰਗ ਲਿਆ ਕਰ। ਕਾਹਦੀ? ਰੱਬ ਨੇ ਤੈਨੂੰ ਦੁਨੀਆ ਵੇਖਣ ਲਈ ਅੱਖਾਂ ਦਿੱਤੀਆਂ, ਇਹਨਾਂ ਅੱਖਾਂ ਨਾਲ ਸਾਰਾ ਦਿਨ ਤੂੰ ਬਹੁਤ ਕੁਝ ਵੇਖਿਆ, ਬਹੁਤ ਕੁਝ ਬੁਰਾ ਵੀ ਵੇਖਿਆ। ਰਾਤੀ ਸੌਣ ਲੱਗਿਆ ਮਾਫੀ ਮੰਗ ਲਿਆ ਕਰ, ਸੌਰੀ ਕਹਿ ਦਿਆ ਕਰ, ਤੂੰ ਕਰਮਾਂ ਤੋਂ ਛੁੱਟ ਜਾਏਗਾ, ਤੈਨੂੰ ਕਰਮ ਨਹੀਂ ਭੋਗਣੇ ਪੈਣਗੇ। ਰੱਬ ਨੇ ਬੋਲਣ ਲਈ ਜ਼ੁਬਾਨ ਦਿੱਤੀ ਹੈ, ਲੱਖਾਂ ਲੋਕ ਦੁਨੀਆ ਵਿੱਚ ਗੁੰਗੇ ਪੈਦਾ ਕੀਤੇ ਨੇ, ਉਹਨੀ ਰੱਬ ਦਾ ਕੀ ਵਿਗਾੜ ਲਿਆ? ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਹੈ, ਇਸ ਜ਼ੁਬਾਨ ਨਾਲ ਤੂੰ ਸਵੇਰ ਤੋਂ ਰਾਤ ਤੱਕ ਕਿੰਨੀਆਂ ਗੱਲਾਂ ਕੀਤੀਆਂ ਨੇ। ਭਲਿਆ ਇਸ ਰੱਬ ਦੀ ਦਿੱਤੀ ਜ਼ੁਬਾਨ ਨਾਲ ਤੂੰ ਵਾਹਿਗੁਰੂ ਨਹੀਂ ਅੱਜ ਕਹਿ ਸਕਿਆ। ਯਾਦ ਕਰ ਕਿੰਨੀ ਵਾਰ ਤੂੰ ਵਾਹਿਗੁਰੂ ਕਿਹਾ। ਰਾਤੀ ਸੌਣ ਲੱਗਿਆ ਮਾਫੀ ਮੰਗੀ, ਦਾਤਾ ਮੈਂ ਇਸ ਜੀਵ ਨਾਲ ਸਾਰਾ ਦਿਨ ਬੋਲਦਾ ਰਿਹਾ ਪਰ ਵਾਹਿਗੁਰੂ ਨਹੀਂ ਕਹਿ ਹੋਇਆ। ਰੱਬ ਕੋਲੋਂ ਮਾਫੀ ਮੰਗ ਲਿਆ ਕਰ ਤੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਤੂੰ ਕਰਮਾਂ ਤੋਂ ਛੁੱਟ ਜਾਏਗਾ। ਤੈਨੂੰ ਰੱਬ ਨੇ ਪੈਰ ਦਿੱਤੇ ਚੱਲਣ ਲਈ, ਇਹ ਬਹੁਤ ਕੀਮਤੀ ਤੰਦਰੁਸਤੀ ਹੈ। ਸਾਰਾ ਦਿਨ ਇਹਨਾਂ ਪੈਰਾਂ ਨਾਲ ਤੁਰਿਆ ਫਿਰਦਾ, ਭੱਜਿਆ ਫਿਰਦਾ। ਅੱਜ ਤੈਨੂੰ ਰੱਬ ਦੇ ਦਿੱਤੇ ਪੈਰ, ਤੂੰ ਭਲਿਆ ਤੁਰ ਕੇ ਗੁਰਦੁਆਰੇ ਨਹੀਂ ਜਾ ਸਕਿਆ, ਰਾਤੀ ਸੌਣ ਲੱਗਿਆ ਮਾਫੀ ਮੰਗ ਲਈ ਤਾਂ ਰੱਬ ਦੀ ਦਰਗਾਹ ਵਿੱਚ ਤੂੰ ਸੁਰਖਰੂ ਹੋ ਜਾਏਗਾ। ਉਹਨੇ ਤੈਨੂੰ ਪੈਰ ਦਿੱਤੇ ਤੁਰਨ ਵਾਸਤੇ। ਬਾਬਾ ਫਰੀਦ ਸਾਹਿਬ ਨੇ ਕਿਹਾ, ਦੇਖੋ ਲੱਤਾਂ ਤਾਂ ਉਹੀ ਨੇ ਬੰਦੇ ਦੀਆਂ, ਸਾਰੀ ਉਮਰ ਇਹਨਾਂ ਪੈਰਾਂ ਨਾਲ ਭੱਜੇ ਫਿਰੀਦਾ, ਉੱਚੀਆਂ ਲੰਮੀਆਂ ਪੌੜੀਆਂ ਚੜ੍ਹੀ ਦੀਆਂ ਨੇ, ਬੰਦਾ ਥੱਕਦਾ। ਕਦੇ ਤੁਸੀਂ ਕੈਲਕੂਲੇਟ ਕਰਕੇ ਵੇਖੋ, ਇੰਨੀ ਉਮਰ ਵਿੱਚ ਕਿੰਨੇ ਹਜ਼ਾਰਾਂ ਮੀਲ ਤੁਸੀਂ ਤੁਰ ਲਿਆ। ਹੁਣ ਤਾਂ ਵਿਗਿਆਨ ਦਾ ਇੱਕ ਇਲੈਕਟ੍ਰੀਸਿਟੀ ਸਿਸਟਮ ਤੁਹਾਡੇ ਮੋਬਾਈਲਾਂ ਵਿੱਚ ਵੀ ਆ ਗਿਆ, ਐਪਸ ਹੈ, ਉਹ ਤੁਸੀਂ ਬਟਨ ਦੱਬ ਕੇ ਨਾ ਸਵਿਚ ਔਨ ਕਰਕੇ ਜੇਬ 'ਚ ਮੋਬਾਈਲ ਪਾ ਲਓ ਤਾਂ ਸ਼ਾਮਾਂ ਤੱਕ ਜਿੰਨਾ ਤੁਸੀਂ ਤੁਰੋਗੇ ਤੁਹਾਡੇ ਮੋਬਾਈਲ ਉੱਤੇ ਆ ਜਾਂਦਾ ਵੀ ਅੱਜ ਇੰਨੇ ਕਿਲੋਮੀਟਰ ਤੁਸੀਂ ਪੈਦਲ ਚੱਲੇ ਹੋ। ਇਹਨਾਂ ਪੈਰਾਂ ਨਾਲ ਸੈਂਕੜੇ ਮੀਲ ਪੈਦਲ ਚੱਲਿਆ, ਹਜ਼ਾਰਾਂ ਮੀਲ, ਲੱਖਾਂ ਮੀਲ ਤੋਂ ਪੈਦਲ ਚੱਲ ਰਿਹਾ। ਇੱਕ ਦਿਨ ਇਹੀ ਲੱਤਾਂ ਪੈਰ ਤੇਰੇ ਚੱਲਣ ਤੋਂ ਆਵਾਜ਼ਾਰ ਹੋ ਜਾਣਗੇ। ਜਿਨ੍ਹਾਂ ਲੱਤਾਂ ਨਾਲ ਤੂੰ ਵੱਡੀਆਂ ਵੱਡੀਆਂ ਪੌੜੀਆਂ ਚੜ੍ਹ ਲੈਂਦਾ, ਪਹਾੜੀਆਂ ਚੜ੍ਹ ਲੈਂਦਾ, ਕਦੇ ਥੱਕਦਾ ਨਹੀਂ। ਇੱਕ ਦਿਨ ਕੋਲ ਪਿਆ ਪਾਣੀ ਵੀ ਐਂ ਲੱਗਦਾ ਜਿਵੇਂ ਕੋਸਾਂ ਦੂਰ ਪਿਆ ਹੋਵੇ। ਉਹਦੇ ਵਾਸਤੇ ਵੀ ਆਵਾਜ਼ ਮਾਰਨੀ ਪੈਂਦੀ ਹੈ ਕਿਸੇ ਧੀ ਪੁੱਤ ਨੂੰ, ਪੁੱਤਾ ਪਾਣੀ ਫੜਾ ਦੇ, ਪਿਆ ਤਾਂ ਕੋਲ ਹੀ ਹੈ। ਹਜ਼ਾਰਾਂ ਲੱਖਾਂ ਮੀਲ ਤੁਰਨ ਵਾਲੀਆਂ ਲੱਤਾਂ ਅੱਜ ਕੋਲ ਪਿਆ ਪਾਣੀ ਚੁੱਕਣ ਤੋਂ ਵੀ ਆਵਾਜ਼ਾਰ ਨੇ। ਕਦੋਂ? ਜਦੋਂ ਸਰੀਰ ਬੁੱਢਾ ਹੋ ਜਾਏ। ਰੱਬ ਨੇ ਤੈਨੂੰ ਤੁਰਨ ਲਈ ਪੈਰ ਦਿੱਤੇ। ਜੇ ਤੂੰ ਗੁਰੂ ਘਰ ਵੱਲ ਨਹੀਂ ਆਇਆ, ਉਸ ਤੋਂ ਮਾਫੀ ਜ਼ਰੂਰ ਮੰਗੀ ਰਾਤੀ ਸੌਣ ਲੱਗੇ, ਤੂੰ ਸੁਰਖਰੂ ਹੋ ਜਾਏਗਾ। ਨਹੀਂ ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਜੰਗੀ ਹੈ ਕਹਿੰਦੇ ਲੱਤਾਂ ਨੂੰ, ਕਹਿੰਦੇ ਕਿੰਨੀ ਤਾਕਤ ਹੈ, ਕਿੰਨੇ ਹਜ਼ਾਰਾਂ ਮੀਲ ਤੁਰ ਲਿਆ ਭਾਈ ਤੂੰ ਉਮਰ 'ਚ। ਫਰੀਦਾ ਇੰਨੀ ਨਿੱਕੀ ਜੰਗੀ ਐ, ਥਲ ਡੂੰਗਰ ਬਾਬਿਓਮ, ਅੱਜ ਫਰੀਦੇ ਕੁਜੜਾ ਸੈਕੋ ਹਾਥੀ ਓਮ। ਅੱਜ ਕੋਲ ਪਿਆ ਪਾਣੀ ਦਾ ਕੁੱਜਾ ਐਂ ਲੱਗਦਾ ਬਹੁਤ ਦੂਰ ਹੈ। ਆਵਾਜ਼ ਦੇ ਕੇ ਕਿਸੇ ਕੋਲੋਂ ਮੰਗਣਾ ਪੈਂਦਾ। ਇਹ ਤੋਂ ਪਹਿਲਾਂ ਕਿ ਸਰੀਰ ਬੁੱਢਾ ਹੋ ਜਾਏ, ਰੱਬ ਦਾ ਨਾਮ ਜਪ। ਇਸ ਤੋਂ ਪਹਿਲਾਂ ਤੇਰੀ ਜ਼ੁਬਾਨ ਬੋਲਣ ਤੋਂ ਆਵਾਜ਼ਾਰ ਹੋ ਜਾਏ, ਵਾਹਿਗੁਰੂ ਕਹਿ। ਇਸ ਤੋਂ ਪਹਿਲਾਂ ਕਿ ਤੇਰਾ ਸਰੀਰ ਬਿਰਧ ਹੋ ਜਾਏ, ਲੱਤਾਂ ਤੋਂ ਚੱਲਣਾ ਔਖਾ ਹੋ ਜਾਏ, ਰੱਬ ਦਾ ਨਾਮ ਜਪ, ਸੇਵਾ ਕਰ। ਇਸ ਤੋਂ ਪਹਿਲਾਂ ਕਿ ਬੰਦਿਆ ਮੌਤ ਆ ਜਾਏ, ਰਸਨਾ ਤੋਂ ਜਪ ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਤਸ਼ਾਹ ਨੇ ਬਾਣੀ 'ਚ ਲਿਖ ਕੇ ਦਿੱਤਾ। ਕਹਿੰਦੇ ਜਬ ਲੱਗ ਜਰਾ ਰੋਗ ਨਹੀਂ ਆਇਆ। ਆਪਾਂ ਸਾਰਿਆਂ ਨੇ ਬੁੱਢੇ ਹੋਣਾ ਇੱਕ ਦਿਨ, ਸਰੀਰ ਬੁੱਢਾ ਹੋਣਾ। ਕਿਸੇ ਵਿਰਧ ਵੱਲ ਵੇਖੋ, ਤੁਹਾਨੂੰ ਯਾਦ ਆਉਣਾ ਚਾਹੀਦਾ ਭਾਈ ਇੱਦਾਂ ਦੀ ਹਾਲਤ ਬੁੱਢੇ ਵੇਲੇ ਆਪਣੀ ਵੀ ਹੋ ਸਕਦੀ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਬਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਵਾਹਿਗੁਰੂ ਦਾ ਨਾਮ ਜਪ ਭਾਈ। ਜਿਸ ਤਰ੍ਹਾਂ ਦਾ ਤੂੰ
ਬਜ਼ੁਰਗ ਹੋਇਆ, ਕਦੇ ਤੂੰ ਜਵਾਨ ਸੀ ਅੱਜ ਬੁੱਢਾ ਹੋ ਗਿਆ, ਤੇ ਜਿਹੜੇ ਜਵਾਨ ਉਹਨਾਂ ਨੂੰ ਸਿੱਖਣਾ ਚਾਹੀਦਾ ਇੱਕ ਦਿਨ ਅਸੀਂ ਵੀ ਬੁੱਢੇ ਹੋਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕੀਤੇ ਹੋਏ ਕਰਮਾਂ ਦੀ ਮਾਫੀ ਮੰਗ ਲਾ, ਤੈਨੂੰ ਲੇਖਾ ਨਹੀਂ ਦੇਣਾ ਪਏਗਾ। ਅਕਾਲ ਪੁਰਖ ਰੱਬ ਅੱਗੇ ਰੋਜ਼ ਅਰਦਾਸ ਕਰਕੇ ਕਹੇ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਵੇਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਹਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਕੀਤੇ ਕਰਮਾਂ ਲਈ ਮਾਫੀ ਮੰਗੀ, ਹੱਥ ਜੋੜ ਕੇ ਕਹੀ ਕਿ ਦਾਤਾ ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤਿੰਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਇੱਕ ਪੰਕਤੀ ਹਜ਼ੂਰ ਨੇ ਹੋਰ ਕਹੀ, ਕਹਿੰਦੇ ਰੱਬ ਨਾਲ ਲੇਖੇ ਦੇ ਹਿਸਾਬ 'ਚ ਨਾ ਪੈ ਜਾਈਂ। ਤੂੰ ਆਪਣੇ ਕੀਤੇ ਕਰਮ ਗਣਾਉਣਾ ਰਹਿੰਦਾ, ਮੈਂ ਇੰਨੀ ਸੇਵਾ ਕੀਤੀ, ਇੰਨਾ ਦਾਨ ਕੀਤਾ, ਇੰਨਾ ਕੁਝ ਕੀਤਾ। ਕਹਿੰਦੇ ਭਾਈ ਜਿਹੜੇ ਕਰਮ ਮਾੜੇ ਹੋਏ ਉਹ ਤੂੰ ਗਣਾਏ ਕਦੇ? ਅਕਾਲ ਪੁਰਖ ਰੱਬ ਨਾਲ ਲਿਖੇ ਵਿੱਚ ਨਾ ਪੈ ਜਾਈਂ ਵੀ ਰੱਬ ਜੀ ਮੈਂ ਬਹੁਤ ਦਾਨ ਕੀਤਾ, ਮੇਰਾ ਹਿਸਾਬ ਕਰੋ। ਕਹਿੰਦੇ ਜੇ ਲਿਖਾ ਰੱਬ ਕਰਨ ਲੱਗ ਜਾਏ, ਆਪਾਂ ਕਦੇ ਛੁੱਟ ਨਹੀਂ ਸਕਦੇ ਕਰਮਾਂ। ਖਿੰਨ ਖਿੰਨ ਦੇ ਆਪਾਂ ਇੱਕ ਇੱਕ ਪਲ ਤੇ ਗਲਤੀ ਕਰਦੇ ਹਾਂ। ਲਿਖੇ ਕਤਹਿ ਨਾ ਛੁੱਟੀ ਹੈ, ਖਿੰਨ ਖਿੰਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਅਰਦਾਸ ਕਰ ਤੂੰ ਬਖਸ਼ਿਆ ਜਾਏ। ਇੱਕ ਸਾਧੂ ਦੀ ਭਗਤੀ ਪ੍ਰਵਾਨ ਹੋ ਗਈ, ਕਹਿੰਦੇ ਰੱਬ ਪ੍ਰਗਟ ਹੋਇਆ ਤਾਂ ਖੁਸ਼ ਹੋ ਕੇ ਰੱਬ ਕਹਿੰਦਾ, ਭਾਈ ਤੇਰੀ ਭਗਤੀ ਪ੍ਰਵਾਨ ਆ, ਤੂੰ ਬਹੁਤ ਕਠਿਨ ਤਪ ਕੀਤਾ ਔਖੇ ਹੋ ਕੇ, ਚੱਲ ਮੰਗ ਕੀ ਚਾਹੀਦਾ? ਤਾਂ ਕਹਿੰਦੇ ਉਹ ਰੱਬ ਨੂੰ ਕਹਿੰਦਾ ਵੀ ਮੇਰਾ ਹਿਸਾਬ ਕਰ ਦਿਓ। ਰੱਬ ਉਹ ਕਹਿੰਦਾ ਵੀ ਨਹੀਂ, ਜੋ ਤੂੰ ਮੰਗਣਾ ਮੰਗ ਲੈ, ਹਿਸਾਬ ਨਾ ਕਰਵਾ। ਕਹਿੰਦਾ ਨਹੀਂ ਜੀ, ਜਿੰਨੀ ਮੈਂ ਭਗਤੀ ਕੀਤੀ ਨਾ ਉਹਦੇ ਹਿਸਾਬ ਦਾ ਜੋ ਬਣਦਾ ਉਹ ਮੈਨੂੰ ਦੇ ਦਿਓ। ਰੱਬ ਕਹਿੰਦਾ ਬਈ ਹਿਸਾਬ ਨਾ ਕਰ, ਤੂੰ ਮੰਗ ਲਾ ਜੋ ਤੈਨੂੰ ਚਾਹੀਦਾ, ਪਰ ਤੂੰ ਐਂ ਨਾ ਕਹਿ ਕਿ ਜੀ ਮੈਂ ਤਾਂ ਜਿੰਨੀ ਭਗਤੀ ਕੀਤੀ ਆ ਮੈਨੂੰ ਉਹਦੇ ਹਿਸਾਬ ਨਾਲ ਜੋ ਮੇਰਾ ਬਣਦਾ ਉਹ ਦੇ ਦਿਓ। ਕਹਿੰਦਾ ਨਹੀਂ ਜੀ, ਐਂ ਤਾਂ ਮੇਰਾ ਬਹੁਤ ਕੁਝ ਬਣਦਾ, ਮੈਨੂੰ ਤਾਂ 40 ਸਾਲ ਹੋ ਗਏ ਭਗਤੀ ਕਰਦੇ ਆ, ਮੈਂ ਘਰ-ਬਾਰ ਛੱਡਿਆ ਹੋਇਆ, ਭੁੱਖੇ ਰਹਿ ਕੇ ਭਗਤੀ ਕੀਤੀ ਆ, ਗਰਮੀ ਸਰਦੀ ਮੀਂਹ ਹਨੇਰੀ ਵਿੱਚ ਮੈਂ ਬੰਦਗੀ ਨਹੀਂ ਛੱਡੀ। ਹੁਣ ਤੁਸੀਂ ਮੈਨੂੰ ਕਹਿੰਦੇ ਜੋ ਮੰਗਣਾ ਮੰਗ ਲੈ, ਜੋ ਮੇਰਾ ਬਣਦਾ ਉਹ ਦਿਓ। ਰੱਬ ਨੇ ਕਿਹਾ ਵੀ ਹਿਸਾਬ ਨਹੀਂ ਕਰੀਦਾ, ਲੇਖਾ ਦੇਣ ਲੱਗਿਆ ਬੰਦਾ ਛੁੱਟ ਨਹੀਂ ਸਕਦਾ, ਤੂੰ ਜੋ ਮੰਗਣਾ ਮੰਗ ਲੈ, ਤੇਰੇ ਤੇ ਖੁਸ਼ ਹੈ। ਕਹਿੰਦੇ ਜਦੋਂ ਨਹੀਂ ਮੰਨਿਆ ਉਹ ਸਾਧੂ, ਤਾਂ ਉਦੋਂ ਫਿਰ ਰੱਬ ਨੇ ਕਿਹਾ ਚੱਲ ਫਿਰ ਹਿਸਾਬ ਹੀ ਕਰ ਲਈਏ। ਜੋ ਤੇਰਾ 40 ਸਾਲਾਂ ਦਾ ਬੰਦਗੀ ਦਾ ਬਣਦਾ ਹੈ, ਮੀਂਹ ਹਨੇਰੀ ਸਰਦੀ ਗਰਮੀ ਤੂੰ ਬੰਦਗੀ ਕੀਤੀ ਹੈ, ਨਾਗਾ ਨਹੀਂ ਪਾਇਆ, ਚੌਂਕੜਾ ਮਾਰ ਕੇ ਬਹਿੰਦਾ ਰਿਹਾ, ਸਰਦੀ ਗਰਮੀ ਮੀਂਹ ਵਿੱਚ ਤੂੰ ਚੌਂਕੜਾ ਮਾਰ ਕੇ ਭਗਤੀ ਕੀਤੀ ਹੈ, ਚੱਲ ਫਿਰ ਹਿਸਾਬ ਹੀ ਕਰ ਲੈਂਦੇ ਆ। ਕਹਿੰਦਾ ਜੀ ਹਿਸਾਬ ਕਰਕੇ ਦਿਓ, ਮੇਰਾ ਕੀ ਬਣਦਾ ਹੈ? ਕਹਿੰਦੇ ਫਿਰ ਰੱਬ ਨੇ ਕਿਹਾ ਜਿਹੜੇ ਪੱਥਰ ਦੀ ਸਿੱਲ ਉੱਤੇ ਤੂੰ ਰੋਜ਼ ਚੌਂਕੜਾ ਮਾਰ ਕੇ ਬਹਿੰਦਾ ਸੀ ਨਾ ਕੱਪੜਾ ਵਿਛਾ ਕੇ, ਕਹਿੰਦੇ ਉਹ ਪੱਥਰ ਦੇ ਵਿੱਚ ਵੀ ਜਾਨ ਹੈ। 40 ਸਾਲ ਤੂੰ ਪੱਥਰ ਤੇ ਚੌਂਕੜਾ ਮਾਰ ਕੇ ਬੈਠਾ, ਚੱਲ 40 ਸਾਲ ਹੁਣ ਮਰ ਕੇ ਪੱਥਰ ਬਣ, ਤੇਰੇ ਉੱਤੇ ਉਹ ਜੀਵ ਬੈਠੇਗਾ, 40 ਸਾਲਾਂ ਬਾਅਦ ਹਿਸਾਬ ਕਰਾਂਗੇ। ਕਹਿੰਦਾ ਨਹੀਂ ਜੀ ਐ ਨਾ ਕਰੋ। ਕਹਿੰਦੇ ਨਹੀਂ, ਹੁਣ ਤੂੰ 40 ਸਾਲ ਪੱਥਰ ਬਣ ਪਹਿਲਾਂ। ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਜੀ ਇਹ ਲੇਖਾ ਨਹੀਂ ਦੇ ਹੋਣਾ। ਪਾਤਸ਼ਾਹ ਨੇ ਇਹੀਓ ਗੱਲ ਬਾਣੀ ਅੰਦਰ ਕਹੀ ਹੈ, ਰੱਬ ਕੋਲੋਂ ਹਿਸਾਬ ਨਾ ਮੰਗਣ ਲੱਗ ਜਾਈਂ। ਤੂੰ ਕਿੰਨੇ ਵੀ ਚੰਗੇ ਕਰਮ ਕਰੇ ਤਾਂ ਵੀ ਰੱਬ ਨੂੰ ਕਹਿਣਾ ਲਿਖੇ ਕਤੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਭਾਰ ਉਤਾਰ। ਜਦੋਂ ਕੋਈ ਕਹਿੰਦਾ ਮਾਫ ਕਰ ਦਿਓ, ਉਦੋਂ ਰੱਬ ਮਾਫ ਕਰ ਦਿੰਦਾ, ਇਹ ਉਹਦੀ ਵਡਿਆਈ ਹੈ। ਰਾਜੇ ਦੀ ਰਿਆਸਤ ਵਿੱਚ ਇੱਕ ਮਸਤਾਨਾ ਫਕੀਰ ਪਕੜਿਆ ਗਿਆ, ਮਸਤਾਨਾ ਸੀ। ਉਹ ਜਿਹੜੀ ਗੱਲ ਰਾਜਾ ਪੁੱਛੇ ਉਹ ਉਲਟ ਜਵਾਬ ਦੇਵੇ। ਰਾਜੇ ਨੂੰ ਲੱਗਾ ਦੂਜੀ ਰਿਆਸਤ ਦਾ ਕੋਈ ਜਸੂਸ ਬੰਦਾ ਹੈ, ਜਾਣ ਬੁੱਝ ਕੇ ਇਸ ਤਰ੍ਹਾਂ ਕਰ ਰਿਹਾ ਹੈ। ਰਾਜੇ ਦੇ ਮੰਤਰੀ ਜੋ ਪੁੱਛਣ, ਸਿਪਾਹੀ ਜੋ ਪੁੱਛਣ, ਉਲਟ ਜਵਾਬ ਦੇਵੇ। ਰਾਜਾ ਬਹੁਤ ਗੁੱਸੇ ਵਿੱਚ ਆ ਗਿਆ, ਉਹਨੇ ਕਿਹਾ ਫਾਂਸੀ ਤੇ ਲਟਕਾ ਦਿਓ, ਬੰਦਾ ਦੂਜੀ ਰਿਆਸਤ ਦਾ ਜਸੂਸ ਲੱਗਦਾ ਹੈ, ਇਹਨੂੰ ਫਾਂਸੀ ਤੇ ਲਟਕਾ ਦਿਓ। ਉਹ ਤਾਂ ਮਸਤਾਨਾ ਫਕੀਰ ਸੀ। ਜਦੋਂ ਫਾਂਸੀ ਤੇ ਲਟਕਾਉਣ ਲੱਗੇ, ਕਹਿੰਦੇ ਉਹ ਰੱਬ ਨਾਲ ਗੱਲਾਂ ਕਰਦਾ ਵੀ ਮੈਂ ਕੋਈ ਮਾੜਾ ਕਰਮ ਤਾਂ ਕੀਤਾ ਨਹੀਂ, ਮੈਨੂੰ ਫਾਂਸੀ ਦੀ ਸਜ਼ਾ ਕਿਉਂ? ਤਾਂ ਕਹਿੰਦੇ ਰੱਬ ਨੇ ਉਹਨੂੰ ਫਿਰ ਜਵਾਬ ਦਿੱਤਾ, ਭਾਈ ਤੇਰਾ ਇੱਕ ਕਰਮ ਹੈ ਜਿਹੜਾ ਬਹੁਤ ਛੋਟੀ ਉਮਰ ਵਿੱਚ ਤੂੰ ਕੀਤਾ,
ਉਹਦੇ ਕਰਕੇ ਸਾਰਾ ਚੱਕਰ ਚੱਲ ਗਿਆ, ਤੂੰ ਇਸ ਰਾਜੇ ਦੇ ਹੱਥ ਆ ਗਿਆ, ਹੁਣ ਤੈਨੂੰ ਫਾਂਸੀ ਦੇਣ ਲੱਗਾ। ਉਹ ਕਹਿੰਦਾ ਜੀ ਮੈਂ ਕਦੋਂ ਕਰਮ ਕੀਤਾ? ਕਹਿੰਦੇ ਰੱਬ ਨੇ ਉਹਦੀ ਸੁਰਤੀ ਵਿੱਚ ਵਿਖਾ ਦਿੱਤਾ, ਬਹੁਤ ਛੋਟੀ ਉਮਰ ਬਾਲ ਅਵਸਥਾ। ਤਾਂ ਬਾਲ ਅਵਸਥਾ ਵਿੱਚ ਬਚਪਨ ਵਿੱਚ ਉਹਨੇ ਫੁੱਲਾਂ 'ਤੇ ਬੈਠੀ ਹੋਈ ਇੱਕ ਤਿਤਲੀ ਨੂੰ ਹੱਥ ਨਾਲ ਪਕੜ ਲਿਆ। ਬੱਚੇ ਕਈ ਵਾਰ ਖੇਡਦੇ ਨੇ, ਉਹ ਤਿਤਲੀ ਪਕੜ ਕੇ ਉਹਨੇ ਛੱਡੀ ਨਹੀਂ, ਨਾਲ ਫੁੱਲਾਂ ਤੋਂ ਇੱਕ ਕੰਡਾ ਤੋੜਿਆ, ਕੰਡਾ ਤੋੜ ਕੇ ਉਹ ਤਿਤਲੀ ਦੀਆਂ ਅੱਖਾਂ ਵਿੱਚ ਕੰਡਾ ਮਾਰਿਆ। ਕਹਿੰਦੇ ਉਹ ਤਿਤਲੀ ਮਰ ਗਈ। ਬਾਅਦ ਵਿੱਚ ਉਹ ਜਿਵੇਂ ਬੱਚਾ ਵੱਡਾ ਹੋਇਆ, ਮਸਤਾਨਾ ਹੋ ਗਿਆ, ਫਕੀਰ ਬਣ ਗਿਆ, ਸਾਧੂ ਬਣ ਗਿਆ, ਬੰਦਗੀ ਉਹਦੀ ਬਹੁਤ। ਕਹਿੰਦੇ ਹੁਣ ਉਹਨੂੰ ਰੱਬ ਦੱਸਦਾ ਵੀ ਭਾਈ ਤੂੰ ਬਚਪਨ ਵਿੱਚ ਪਾਪ ਕੀਤਾ ਸੀ, ਉਹਦੀ ਸਜ਼ਾ ਅੰਤ ਵੇਲੇ ਤੈਨੂੰ ਫਾਂਸੀ ਹੋਣ ਲੱਗੀ ਹੈ। ਤੂੰ ਕੋਈ ਮਾੜਾ ਕਰਮ ਨਹੀਂ ਕੀਤਾ, ਪਰ ਰਾਜੇ ਦੇ ਇਸ ਰਿਆਸਤ ਵਿੱਚ ਤੈਨੂੰ ਜਸੂਸ ਸਮਝ ਕੇ ਫਾਂਸੀ ਦੇਣ ਲੱਗੇ। ਕਿਉਂ? ਤੂੰ ਬਚਪਨ ਵਿੱਚ ਇੱਕ ਤਿਤਲੀ ਨੂੰ ਮਾਰਿਆ ਸੀ। ਕਹਿੰਦੇ ਉਹ ਰੱਬ ਨਾਲ ਫਿਰ ਆਕੜ ਪਿਆ। ਉਹਨੇ ਗੱਲ ਕਰਦਿਆਂ ਰੱਬ ਨੂੰ ਕਿਹਾ ਵੀ ਇਹ ਤਾਂ ਗਲਤ ਗੱਲ ਹੈ, ਮੈਂ ਤਾਂ ਪਾਪ ਬਚਪਨ ਵਿੱਚ ਕੀਤਾ, ਜਿਹੜਾ ਬਚਪਨ ਵਿੱਚ ਪਾਪ ਕੀਤਾ ਜਾਵੇ ਉਹਦਾ ਤਾਂ ਲੇਖਾ ਲੈਣਾ ਨਹੀਂ ਚਾਹੀਦਾ, ਉਹਦੇ ਬਾਰੇ ਤਾਂ ਸੋਝ ਹੀ ਨਹੀਂ ਸੀ ਮੈਨੂੰ। ਉਹਦੇ ਬਾਰੇ ਰੱਬ ਨੂੰ ਕਿਹਾ ਹਿਸਾਬ ਨਹੀਂ ਮੰਗਣਾ ਚਾਹੀਦਾ, ਉਹ ਤਾਂ ਮੈਂ ਬਚਪਨ ਵਿੱਚ ਕੀਤਾ, ਬਚਪਨ ਵਿੱਚ ਕੀਤੇ ਕਰਮਾਂ ਦਾ ਹਿਸਾਬ ਨਹੀਂ ਹੋਣਾ ਚਾਹੀਦਾ। ਤਾਂ ਰੱਬ ਨੂੰ ਕਹਿੰਦਾ ਰੱਬ ਜੀ ਹਿਸਾਬ ਕਰੋ, ਸਹੀ ਕਰੋ, ਹਿਸਾਬ ਕਰੋ, ਹਿਸਾਬ ਕਰੋ। ਤੇ ਕਹਿੰਦੇ ਇਦਾਂ ਕਹਿ ਰਿਹਾ ਸੀ, ਇੰਨੇ ਨੂੰ ਜਲਾਦ ਨੇ ਫੱਟਾ ਸੁੱਟ ਦਿੱਤਾ, ਗਲਾ ਘੁੱਟਿਆ ਗਿਆ, ਫਾਂਸੀ ਹੋ ਗਈ, ਜੀਵ ਬਾਹਰ ਆ ਗਈ, ਮਰ ਕੇ ਆਤਮਾ ਸਿੱਧੀ ਰੱਬ ਦੇ ਪੇਸ਼ ਹੋ ਗਈ। ਫਿਰ ਤਾਂ ਡਾਇਰੈਕਟ ਰੱਬ ਨਾਲ ਗੱਲ ਹੈ। ਕਹਿੰਦੇ ਪਰਮਾਤਮਾ ਦੇ ਸਾਹਮਣੇ ਸਿੱਧੀ ਆਤਮਾ ਹੋਈ। ਹੁਣ ਰੱਬ ਨੂੰ ਪੁੱਛਦਾ ਜੀ ਬਚਪਨ ਦੇ ਕੀਤੇ ਕਰਮ ਦੀ ਸਜ਼ਾ ਨਹੀਂ ਸੀ ਦੇਣੀ ਚਾਹੀਦੀ, ਰੱਬਾ ਤੂੰ ਹਿਸਾਬ ਗਲਤ ਕੀਤਾ, ਬਚਪਨ ਵਿੱਚ ਕੀਤੇ ਕਰਮ ਦੀ ਸਜ਼ਾ ਨਹੀਂ ਸੀ ਹੋਣੀ ਚਾਹੀਦੀ। ਅੱਗੋਂ ਰੱਬ ਨੇ ਜਵਾਬ ਪਤਾ ਕੀ ਦਿੱਤਾ, ਗੱਲ ਆਪਣੇ ਕੰਮ ਆਉਣ ਵਾਲੀ ਹੈ। ਰੱਬ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਮਸਤਾਨੇ ਫਕੀਰ ਨੂੰ ਸੱਜਣਾ, ਤੇਰੀ ਸਜ਼ਾ ਮਾਫ ਹੋ ਜਾਣੀ ਸੀ, ਤੈਨੂੰ ਫਾਂਸੀ ਤੇ ਲਟਕ ਕੇ ਨਹੀਂ ਸੀ ਮਰਨਾ ਪੈਣਾ, ਪਰ ਤੂੰ ਉਸ ਐਨ ਮੌਕੇ ਤੇ ਵੀ ਫਾਂਸੀ ਵੇਲੇ ਕੋਈ ਗੱਲ ਮੇਰੇ ਨਾਲ ਕਰਦਾ ਰਿਹਾ, ਰੱਬਾ ਹਿਸਾਬ ਕਰ, ਹਿਸਾਬ ਕਰ, ਹਿਸਾਬ ਕਰ। ਕਹਿੰਦੇ ਹਿਸਾਬ ਤਾਂ ਹੋ ਚੁੱਕਾ ਸੀ, ਇਹੀ ਹਿਸਾਬ ਸੀਗਾ। ਜੇ ਤੂੰ ਇੱਕ ਵਾਰ ਵੀ ਕਿਤੇ ਕਹਿ ਦਿੰਦਾ ਨਾ ਵੀ ਬਚਪਨ ਵਿੱਚ ਮੇਰੇ ਤੋਂ ਜਿਹੜੀ ਭੁੱਲ ਗਲਤੀ ਹੋਈ ਹੈ ਰੱਬਾ ਤੂੰ ਵਿਖਾ ਦਿੱਤੀ ਹੈ, ਐ ਨਾ ਕਹਿੰਦਾ ਹਿਸਾਬ ਕਰ, ਰੱਬ ਨੂੰ ਐ ਕਹਿੰਦਾ ਰੱਬ ਜੀ ਮੈਨੂੰ ਮਾਫ ਕਰੋ, ਮਾਫ ਕਰੋ, ਹਿਸਾਬ ਕਰੋ ਨਾ ਕਹਿੰਦਾ, ਇਹ ਕਹਿੰਦਾ ਮੈਨੂੰ ਮਾਫ ਕਰੋ, ਤੈਨੂੰ ਰੱਬ ਨੇ ਮਾਫ ਕਰ ਦੇਣਾ ਸੀ। ਸਾਧ ਸੰਗਤ ਕਦੇ ਰੱਬ ਕੋਲੋਂ ਹਿਸਾਬ ਨਾ ਮੰਗਿਓ, ਮੈਂ ਬਹੁਤ ਕਰਮ ਕੀਤੇ, ਮੈਂ ਪਾਠ ਕੀਤੇ, ਮੈਂ ਆਹ ਕਰਮ ਕੀਤਾ, ਨਹੀਂ। ਜਦੋਂ ਮੰਗਣਾ ਰੱਬ ਕੋਲੋਂ ਸਿਰਫ ਮਾਫੀ ਮੰਗਣੀ ਹੈ। ਜਪ ਤਪ ਪੂਜਾ ਪਾਠ ਕਰਕੇ ਵੀ ਪਤਾ ਕਿਉਂ? ਕਿਉਂਕਿ ਸਾਡੀ ਬੁੱਧੀ, ਸਾਡੀ ਮੱਤ ਹਮੇਸ਼ਾ ਹੀ ਕੋਈ ਗਲਤੀ ਕਰਦੀ ਹੈ, ਅਸੀਂ ਪਰਫੈਕਟ ਨਹੀਂ, ਤਾਈਓਂ ਗੁਰੂ ਦੇ ਕੋਲੋਂ ਗੁਰਮੱਤ ਲੈਣ ਆਈ ਦੀ ਹੈ। ਤਾਈਓਂ ਰਹਿਰਾਸ ਦੇ ਪਾਠ ਵਿੱਚ ਪਾਤਸ਼ਾਹ ਨੇ ਸ਼ਬਦ ਸ਼ਾਮਲ ਕੀਤਾ ਹੈ, ਚੌਪਈ ਸਭ ਤੋਂ ਪਹਿਲਾਂ ਆਹ ਪੰਕਤੀਆਂ ਦੁਹਰਾ ਕੇ ਪੜਿਆ ਕਰ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਇੱਕ ਵਾਰ ਪੜੋ ਸਾਰੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਰੱਬ ਨੂੰ ਕਹਿਣਾ ਪਾਤਸ਼ਾਹ ਅਸੀਂ ਜਪ ਤਪ ਕਰਦੇ ਹਾਂ ਵੀ ਸਾਡੇ ਕਰਮ ਨਹੀਂ ਮਿਲਿਆ। ਕਿਉਂ? ਬੰਦਾ ਖਿਨ ਖਿਨ ਤੇ ਗਲਤੀ ਕਰਦਾ, ਕੋਈ ਬੰਦਾ ਪਰਫੈਕਟ ਨਹੀਂ ਹੈ, ਕੋਈ ਬੰਦਾ ਪੂਰਾ ਨਹੀਂ ਹੋ ਸਕਦਾ, ਮਨੁੱਖ ਅਧੂਰਾ ਹੈ, ਸਾਰੀ ਦੁਨੀਆ ਇੰਪਰਫੈਕਟ ਹੈ। ਜੇ ਕੋਈ ਕਦੇ ਗਲਤੀ ਨਹੀਂ ਕਰਦਾ ਉਹ ਸਿਰਫ ਦੋ ਹਸਤੀਆਂ ਨੇ, ਇੱਕ ਸਤਿਗੁਰੂ, ਇੱਕ ਅਕਾਲ ਪੁਰਖ ਰੱਬ, ਨਹੀਂ ਤਾਂ ਬਾਕੀ ਸਾਰੀ ਦੁਨੀਆ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਰੱਬ ਤੇ ਗੁਰੂ ਕਦੇ ਗਲਤੀ ਨਹੀਂ ਕਰਦੇ, ਹਰ ਬੰਦਾ ਦੁਨੀਆ ਵਿੱਚ ਭੁੱਲ ਕਰਦਾ। ਫਿਰ ਸਾਧ ਸੰਗਤ ਕਈਆਂ ਨੂੰ ਭੁਲੇਖਾ ਰਹਿੰਦਾ ਕਿ ਜੀ ਆਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਅੱਗੇ ਕਿਹੜਾ ਕਿਸੇ ਨੇ ਵੇਖਿਆ, ਕਿਉਂ ਅਸੀਂ ਜ਼ਿਆਦਾ ਹੁਣ ਪੜ੍ਹ ਲਿਖ ਗਏ, ਤਰਕ ਵੀ ਕਰੀਦਾ, ਅੱਗੇ ਕਿਹੜਾ ਕਿਸੇ ਨੇ ਵੇਖਿਆ ਜੀ, ਆਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਖਾਓ ਪੀਓ ਮੌਜਾਂ ਕਰੋ, ਈਟ ਡਰਿੰਕ ਐਂਡ ਵੀ ਮੈਰੀ, ਨੋਟ ਈਟ ਡਰਿੰਕ ਐਂਡ ਵੀ ਮੈਰੀ। ਖਾਣ ਪੀਣ ਮੌਜਾਂ ਕਰਨ ਲਈ, ਐਸ਼ ਕਰਨ ਲਈ ਸਰੀਰ ਨਹੀਂ ਮਿਲਿਆ ਹੋਇਆ।
ਜਦੋਂ ਆ ਜੀਵਨ ਸਰੀਰ ਦੀ ਗੱਲ ਗੁਰੂ ਕੋਲੋਂ ਸੁਣੋਗੇ, ਹੁਣੇ ਤੁਸੀਂ ਪਾਠ ਵਿੱਚ ਸੁਣਿਆ, ਜਦੋਂ ਭੋਗ ਤੋਂ ਬਾਅਦ ਆਨੰਦ ਸਾਹਿਬ ਹੋਇਆ, ਉਹਦੇ ਵਿੱਚ ਪਾਤਸ਼ਾਹ ਨੇ ਕਿਹਾ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹਨੇ ਆ ਤੇਰਾ ਸਰੀਰ ਇੰਨਾ ਸੋਹਣਾ ਬਣਾਇਆ, ਤੰਦਰੁਸਤ, ਤੂੰ ਕਦੇ ਉਹਨੂੰ ਮਨ 'ਚ ਨਹੀਂ ਵਸਾਇਆ। ਉਹਨੇ ਤੈਨੂੰ ਅੱਖਾਂ ਦਿੱਤੀਆਂ, ਬੋਲਣ ਲਈ ਜੀਭ ਦਿੱਤੀ, ਤੁਰਨ ਲਈ ਪੈਰ ਦਿੱਤੇ, ਖਾਣ ਲਈ ਹੱਥ ਦਿੱਤੇ, ਕਮਾਈ ਕਰਨ ਲਈ ਹੱਥ ਦਿੱਤੇ। ਰੱਬ ਦਾ ਸ਼ੁਕਰਾਨਾ ਕਰ। ਜਿਨ੍ਹਾਂ ਕੋਲੋਂ ਰੱਬ ਖੋਹ ਲੈਂਦਾ, ਉਹਨਾਂ ਨੂੰ ਪੁੱਛ ਕੀ ਕੀਮਤ ਹੈ। ਜਿਨ੍ਹਾਂ ਨੂੰ ਰੱਬ ਗੁੰਗੇ ਬਣਾ ਦਿੰਦਾ, ਪੁੱਛੋ ਉਹਨਾਂ ਨੂੰ ਕੀ ਕੀਮਤ ਹੈ। ਜਿਨ੍ਹਾਂ ਕੋਲੋਂ ਰੱਬ ਨੇ ਅੱਖਾਂ ਖੋਲ੍ਹ ਲਈਆਂ, ਪੁੱਛੋ ਉਹਨਾਂ ਨੂੰ ਕੀ ਕੀਮਤ ਹੈ। ਇਸ ਲਈ ਭਾਈ ਤੈਨੂੰ ਇੰਨਾ ਕੁਝ ਦਿੱਤਾ ਹੈ, ਤੂੰ ਰੱਬ ਦਾ ਸ਼ੁਕਰਾਨਾ ਕਰ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ, ਉਹਨੂੰ ਮਨ ਵਿੱਚ ਨਹੀਂ ਵਸਾਉਣਾ। ਰਹੀ ਗੱਲ ਆ ਜਗ ਮਿੱਠਾ ਅਗਲਾ ਕਿਨੇ ਡਿੱਠਾ, ਅੱਗੇ ਕਿਸੇ ਨੇ ਵੇਖਿਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਤੁਹਾਨੂੰ ਅੱਗੇ ਵਾਲੀ ਕਹਾਣੀ ਵੀ ਸਮਝ ਆ ਜਾਏਗੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤ੍ਰੈ ਕਾਲ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਡੇ ਜਨਮ ਤੋਂ ਪਹਿਲਾਂ ਦੀ ਕਹਾਣੀ ਵੀ ਮੌਜੂਦ ਹੈ। ਆਪਾਂ ਪਹਿਲਾਂ ਕਿੱਥੇ ਸੀ, ਜਨਮ ਤੋਂ ਲੈ ਕੇ ਮਰਨ ਤੱਕ ਦੀ ਕਥਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ। ਆਪਾਂ ਕੀ ਕਰਨਾ ਹੈ, ਕਰਨਾ ਕੀ ਚਾਹੀਦਾ, ਸਰੀਰ ਕਾਹਦੇ ਲਈ ਮਿਲਿਆ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਆਈਏ ਪਾਈ ਹੈ। ਤੂੰ 84 ਲੱਖ ਜੂਨਾਂ 'ਚੋਂ ਸ੍ਰੇਸ਼ਟ ਰੱਬ ਨੇ ਬਣਾਇਆ। ਇਸ ਲਈ ਭਾਈ ਤੇਰੀ 84 ਲੱਖ ਜੂਨਾਂ 'ਚ ਸਰਦਾਰੀ ਹੈ। ਤੂੰ ਇਸ ਧਰਤੀ ਤੇ ਚੰਗੇ ਕੰਮ ਕਰਨ ਵਾਸਤੇ ਹੈ। ਮਰਨ ਤੋਂ ਬਾਅਦ ਕੀ ਹੋਣਾ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ। ਜਿਹਨੂੰ ਭੁਲੇਖਾ, ਅੱਗੇ ਕਿਹੜਾ ਕਿਸੇ ਨੇ ਵੇਖਿਆ। ਜਦੋਂ ਤੁਸੀਂ ਜਨਮ ਤੋਂ ਪਹਿਲਾਂ ਦੀ ਕਥਾ ਪੜ੍ਹੋਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ, ਆ ਤੇਰੀ ਸਰੀਰ ਦੀ ਉਮਰ ਪਰਫੈਕਟ ਨਹੀਂ ਹੈ। ਤੇਰੀ ਉਮਰ ਇਹ ਪੂਰੀ ਨਹੀਂ ਹੈ ਜਿਹੜੀ ਤੂੰ ਦੱਸ ਰਿਹਾ ਲੋਕਾਂ ਨੂੰ। ਮੈਂ 30 ਸਾਲ ਦਾ ਹੋ ਗਿਆ ਜੀ, 40 ਸਾਲ ਦਾ ਹੋ ਗਿਆ ਜੀ, 50 ਸਾਲ ਦਾ ਹੋ ਗਿਆ ਜੀ, ਹੁਣ ਮੈਂ 55-60 ਸਾਲ ਦਾ ਹੋ ਗਿਆ। ਇਹ ਤੇਰੀ ਉਮਰ ਸਹੀ ਨਹੀਂ ਹੈ ਭਾਈ। ਪਾਤਸ਼ਾਹ ਫਿਰ ਕਿੰਨੀ ਉਮਰ ਹੈ? ਕਹਿੰਦੇ ਰੱਬ ਨੇ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਨਾ, ਤੂੰ ਉਦੋਂ ਤੋਂ ਇਸ ਧਰਤੀ ਤੇ ਆਇਆ ਹੋਇਆ। ਆ ਤਾਂ ਤੇਰੇ ਇਸ ਜਨਮ ਦੀ ਉਮਰ ਹੈ ਜਿਹੜੀ ਤੂੰ ਇੱਥੇ ਜਨਮ ਲਿਆ, ਜਿਹਦੀ ਤੈਨੂੰ ਸੋਝੀ ਹੈ। ਇਹ ਤਾਂ ਰੱਬ ਨੇ ਪਿਛਲੇ ਸਾਰੇ ਜਨਮਾਂ ਦਾ ਐਂ ਡਿਲੀਟ ਮਾਰਿਆ ਹੋਇਆ, ਤੈਨੂੰ ਯਾਦ ਨਹੀਂ ਹੈ ਕੁਝ ਵੀ। ਜੇ ਬੰਦੇ ਨੂੰ ਪੂਰਬਲੇ ਜਨਮਾਂ ਦੀਆਂ ਗੱਲਾਂ ਯਾਦ ਰਹਿਣ ਲੱਗ ਪੈਣ, ਇੱਥੇ ਝਗੜੇ ਨਾ ਮੁੱਕਣ ਦੁਨੀਆ 'ਚ। ਬੰਦਾ ਆ ਕੇ ਦੂਜੇ ਪਿੰਡ ਦਾਅਵਾ ਕਰਨ ਲੱਗ ਜਾਏ ਵੀ ਆਹ ਪਿਛਲੇ ਜਨਮ 'ਚ ਮੇਰੀ ਜ਼ਮੀਨ ਹੈ। ਔਰ ਜੇ ਬੰਦੇ ਨੂੰ ਯਾਦ ਰਹਿਣ ਲੱਗ ਜਾਏ ਵੀ ਮੈਂ ਅੱਗੇ ਜਨਮ ਫਲਾਨੇ ਪਿੰਡ ਲੈਣਾ ਹੈ, ਤਾਂ ਪਾਤਸ਼ਾਹ ਕਹਿੰਦੇ ਝਗੜਾ ਤਾਂ ਵੀ ਨਹੀਂ ਮੁੱਕ ਸਕਦਾ। ਪਤਾ ਕਿਉਂ? ਇਹ ਬੰਦਾ ਇੰਨਾ ਲੋਭੀ ਹੈ, ਮਰਨ ਤੋਂ ਪਹਿਲਾਂ ਪਹਿਲਾਂ ਸਭ ਕੁਝ ਵੇਚ ਕੇ ਉਹ ਪਿੰਡ ਜਾ ਕੇ ਦੱਬ ਕੇ ਆ ਜਾਊਗਾ ਵੀ ਮੈਂ ਉੱਥੇ ਜਨਮ ਲੈਣਾ। ਕਿਛ ਖਾਜੈ ਕਿਛ ਧਰ ਜਾਈਐ, ਜੇ ਬਹੁਤ ਦੁਨੀਆ ਆਈ ਹੈ, ਜੇ ਪਤਾ ਲੱਗ ਜਾਏ ਨਾ ਫਲਾਨੇ ਪਿੰਡ ਹੁਣ ਮੈਂ ਜਨਮ ਲੈਣਾ, ਇੱਥੋਂ ਪਹਿਲਾਂ ਵੇਚ ਕੇ ਤੁਸੀਂ ਪੈਸੇ ਉੱਥੇ ਦੱਬ ਦਿਓ। ਔਰ ਜੇ ਯਾਦ ਰਹਿ ਜਾਵੇ ਪਿਛਲੇ ਜਨਮ 'ਚ ਕਿੱਥੇ ਸੀ, ਤਾਂ ਭਾਈ ਉਹ ਪਿੰਡ ਜਾ ਕੇ ਝਗੜਾ ਪਾ ਲਾਂਗੇ, ਆਹ ਤਾਂ ਜ਼ਮੀਨ ਮੇਰੀ, ਕੋਠੀ ਮੇਰੀ ਹੈ। ਇੱਦਾਂ ਰੱਬ ਕੀ ਕਰਦਾ ਹੈ, ਜਨਮ ਤੋਂ ਬਾਅਦ ਜਦੋਂ ਆਤਮਾ ਨੂੰ ਨਵਾਂ ਸਰੀਰ ਦਿੰਦਾ, ਉਦੋਂ ਸਭ ਕੁਝ ਡਿਲੀਟ ਮਾਰ ਦਿੰਦਾ। ਕੋਈ ਚੀਜ਼ ਚੇਤੇ ਨਹੀਂ ਰਹਿੰਦੀ ਵੀ ਕਿੱਥੇ ਸੀ। ਤੁਹਾਨੂੰ ਕੋਈ ਗੱਲ ਯਾਦ ਨਹੀਂ ਰਹੇਗੀ ਕਿ ਪਿਛਲੇ ਜਨਮ ਵਿੱਚ ਆਪਾਂ ਕੀ ਸੀ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਕੀੜਿਆਂ ਦੇ ਪਤੰਗਿਆਂ ਦੇ ਤੂੰ ਲਏ ਨੇ। ਇੱਕ ਦਿਨ ਵਿੱਚ ਕਈ ਵਾਰ ਉਹ ਪਤੰਗਿਆਂ ਨੂੰ ਮਰ ਮਰ ਕੇ ਫਿਰ ਜੀਣਾ ਪੈਂਦਾ। ਕਈ ਜਨਮ ਭੈ ਕੀਟ ਪਤੰਗਾ, ਕੀੜੇ ਕਹਿੰਦੇ ਜਿਹੜੇ ਮਿੱਟੀ 'ਚ ਪੈਦਾ ਹੁੰਦੇ। ਆਪਾਂ ਖੇਤ ਬੋਹਨੇ ਜਦੋਂ ਫਾਲਿਆਂ ਨਾਲ ਤਵੀਆਂ ਨਾਲ ਵੇਖਦੇ ਪਿੱਛੇ ਕਿੰਨੇ ਕੀੜੇ ਪੈਦਾ ਹੁੰਦੇ, ਮਗਰ ਉਹ ਖਾਂਦੇ ਰਹਿੰਦੇ ਜਾਨਵਰ। ਸਾਧ ਸੰਗਤ ਇਹ ਕਈ ਕਰੋੜਾਂ ਜਨਮ ਇੱਦਾਂ ਹੁੰਦੇ ਧਰਤੀ ਤੇ। ਪਾਤਸ਼ਾਹ ਕਹਿੰਦੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਕਿੰਨੇ ਜਨਮ ਤਾਂ ਤੂੰ ਦਰਖਤ ਬਣ ਕੇ ਖੜਾ ਰਿਹਾ ਜ਼ਮੀਨ 'ਚ।
सब कुछ गुणा के फिर पातशाह ने अगली गल कही, कई जन्म है वर वृख जोयो, मिल जगदीश मिलन की वरिया, चिरंकाल दे संजरिया। बड़े समय बाद मानस देही मिली है, इच तू बोल भी सकदा, तुर भी सकदा, सोच भी सकदा, भला चंगा माड़ा विचार सकदा। इस जन्म विच जप लिया कर फिर सतनाम श्री वाहिगुरु। कहो गज के सतनाम श्री वाहिगुरु। क्यों भाई, ये शरीर हुण श्रेष्ठ मिलिया। आपां गुरुद्वारे बह सकदे मानस देही च, कोई होर जून विच इत्थे कोई बिल्ली अंदर आ जाए, कोई कुत्ता आ जाए, तुसीं वड़न दिओगे गुरुद्वारे मंदिर? होए नहीं सकदा। मानस देही आ जिहदे विच इन्नी सहूलत। इसलिए भाई जप सतनाम श्री वाहिगुरु, मिल जगदीश मिलन की बरिया, चिरंकाल दे संजरिया। जदों ये देही मिल गई, हुण पातशाह ने क्या करना कि वह भी गुरु कोलों पुछ। इस धरती उत्ते तू भला करना आया, विच दुनिया सेवक कमाई है। जिन्नी देर साह है सेवा कमा जा, जिन्नी देर साह है किसी का भला कर, मनुखता वास्ते सो। तेरे अंदरों इंसानियत नहीं मरनी चाहिए, दूजे का दुख वेख के तेरा दिल पिघल जाना चाहिए, फिर तू धर्मी आ। जे तेरे अंदर दया नहीं, किसी के दुख वेख के खुश हो रहा, फिर तू रब की दरगाह च लेखा देगा। जे तू किसी का माड़ा करके खुश हो रहे हैं, तेरा भला नहीं कदे हो सकता। क्यों? तू दूजे का बुरा सोचदा, तैनूं वो भोगना पैना। हुण पातशाह ने फिर इतों अगली गल कही, भाई जदों शरीर छड्ड जाना है, फिर जन्म तो लैके मरण तक दे कीते कर्म नाल जाणगे, होर नहीं कुछ नाल जाना। जो कोई तुहानूं दृष्टमान नज़र आ रहा, इत्थे छड्ड के जाना है। जिन्नी देर शरीर विच है, जमीन मेरी है। शरीर मरण तो बाद वो कागज़ तुहानूं इक्को ही लाउणा पैंदा है, डैथ सर्टिफिकेट ला दिओ, सारा कुछ बदल जाना। बंदे की जिंदगी कागज़ां दे सिर ते खड़ी है। तुसीं कदे बहुत गहराई नाल सोच के वेखिओ, जिहड़ा बंदा इन्ना दावा करी जांदा, मैं मेरे कोल आ कुछ है, मेरे कोल आ कुछ है, किन्नी होमे नाल भरिआ, उहनूं पुछ के वेखो तेरी जिंदगी का आधार की है? कागज़। कागज़ तां पानी च पा दिओ गल जांदा है। तुसीं कहोगे आधार कागज़ किवें है? साध संगत जदों भी तुहानूं कोई चीज़ दुनिया में सर्टिफाई करनी पैगी, उदों इक्को चीज़ है, कागज़ मंगे जाणगे। प्रूफ करो तो कागज़ मंगे जाणगे। मैं फलाने का पुत्र है, फलाना मेरा मां प्यो है, फलाना आ मेरा पिंड है, ये सिद्ध करने लिए भी तुहानूं कागज़ देना पैना है। कोई बंदा चैलेंज कर सकता है, ये चेहरे वाला बंदा तो फलाने पिंड भी है जी, ये साडा नहीं है बंदा। तुहानूं प्रूफ करना पएगा। काहदे नाल करोगे? कागज़ां नाल। गुरमुख प्यारे वीर जी बैठे ने, राजवंश सिंह, बलविंदर सिंह, तुसीं कनेडा रहिंदे हो, उत्थे जदों भी वो गड्डी रोकदे ने तो कुछ नहीं पुछणगे, कागज़ दिओ जी, लाइसेंस दिखाओ। वो तुहाडे कोलों तुहाडी इंश्योरेंस कागज़, कागज़ां नाल ही सब कुछ है। सब कुछ कागज़ दे सिर ते जिंदगी है। कोई बंदा चैलेंज करदा है आ जमीन तेरी नहीं, काहदे नाल सिद्ध करोगे? कागज़ां नाल। कोठी मेरी है, कागज़ां नाल सिद्ध करोगे। इत्थों तक तुसीं एयरपोर्ट एंटर होना है, वो तुहानूं लंघण नहीं दिंदे, कहिंदे आईडी दिखाओ। तुहाडा चेहरा मिलाउंदे ने, वे बंदा है उही। बिना कागज़ तो तुसीं ट्रैवल नहीं कर सकते, बिना कागज़ तो किते एंटर नहीं कर सकते। बंदे की जिंदगी कागज़ के सिर ते खड़ी है, कागज़ आधार है। और पातशाह ने बचन कह भलिया तेरी जिंदगी की काहदी भाए, तेरा तो जीवन कागज़ आधार है। तू रब का शुकराना कर, तैनूं इन्ना कुछ दिता होया रब ने। तू मान हंकार ना कर। तेरे कीते हुए कर्मां का हिसाब रब दे कोल लिखिया जा रहा है। ਉਹਦੇ ਕੋਲ भी कागज़ है, वो कागज़ों उत्ते जो तू कर रहे हैं सब कुछ लिखिया जा रहा है। जिदन दुनिया तो जाना है उन्हें पूछना है। बहुत बंदे कहते जी अगे कौन है, अपने आप को आपे ही आप कही जाते, अगे किहड़ा जी कोई पुछण वाला, अगे रब बैठा है। इत्थे आपां हुण बैठे ना, तुहाडी हुण वाई स्नैप पिक्चर जिहड़ी है ना, वो रब दे कोल लिखी जा रही। किन्ना समा सत्संग च बैठा, किन्ना समा गल्लां च बैठा, किन्ना समा निंदिया चुगली की, किन्ना समा कुछ, सब कुछ लिखा जा 24 घंटे 24 आवर। इनू पातशाह ने कहा चंगियाइयां बुरियाइयां श्लोक विच वाचै धर्म हदूर,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆ ਹੁਣ ਵਾਚ ਹੋ ਰਿਹਾ ਨਾ, ਰਿਕਾਰਡ ਹੋ ਰਿਹਾ, ਆ ਦੁਨਿਆਵੀ ਕੈਮਰਾ, ਸਾਰਿਆਂ ਦੀ ਮੂਵੀ ਬਣਾ ਲਿਓ। ਬੰਦਾ ਮੁੱਕਰ ਸਕਦਾ ਵੀ ਮੈਂ ਇੱਥੇ ਬੈਠਾ ਨਹੀਂ ਸੀ ਵੀਰੋਵਾਲ, ਤੁਹਾਡੀ ਫੋਟੋ ਜਾ ਰਹੀ ਹੈ, ਵਿੱਚ ਰਿਕਾਰਡ ਹੋ ਗਿਆ। ਇਹ ਡਿਲੀਟ ਹੋ ਸਕਦੇ ਨੇ, ਪਰ ਰੱਬ ਦਾ ਲੱਗਾ ਹੋਇਆ ਅੰਦਰ ਆਤਮ ਵਿੱਚ ਪਿਆ ਕੈਮਰਾ ਕਦੇ ਡਿਲੀਟ ਨਹੀਂ ਹੋਣਾ। ਉਹ ਅੰਦਰ ਸੋਚੀਆਂ ਹੋਈਆਂ ਕੀਤੀਆਂ ਹੋਈਆਂ ਗੱਲਾਂ ਵੀ ਲਿਖ ਰਿਹਾ। ਇਸ ਲਈ ਜਦੋਂ ਬੰਦਾ ਸੰਸਾਰ ਤੋਂ ਜਾਂਦਾ ਉਹਦੇ ਨਾਲ ਉਹਦੇ ਕੀਤੇ ਹੋਏ ਕਰਮ ਜਾਂਦੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉਹ ਨਾਲ ਜਾਂਦੇ। ਜਪਜੀ ਸਾਹਿਬ ਤੁਸੀਂ ਪੜ੍ਹ ਕੇ ਆਏ ਹੋ, ਆ ਪੰਕਤੀ ਪੜ੍ਹਿਓ, ਤੁਹਾਨੂੰ ਕਲੀਅਰ ਹੋ ਜਾਏਗੀ ਗੱਲ। ਹਜ਼ੂਰ ਨੇ ਬਚਨ ਕਹੇ, ਕੋ ਗੱਲਾਂ ਕਹਿਣ ਦੀਆਂ ਨਹੀਂ ਕੱਲੀਆਂ, ਸਚਾਈ ਹੈ। ਮਹਾਰਾਜ ਕਿਹੜੀ ਕਹਿੰਦੇ, ਪੁੰਨ ਤੇ ਪਾਪ ਨਾਲ ਜਾਂਦੇ। ਪੁੰਨੀ ਪਾਪੀ ਆਖਣ ਨਾਹੇ, ਇਹ ਪੌੜੀ ਸ਼ੁਰੂ ਹੁੰਦੀ ਹੈ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ, ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਉਸ ਤੋਂ ਬਾਅਦ ਪੰਕਤੀ ਆਉਂਦੀ, ਪੁੰਨੀ ਪਾਪੀ ਆਖਣ ਨਾਹੇ, ਪੜੋ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ। ਜੋ ਤੂੰ ਕਰ ਰਿਹਾ ਲਿਖਿਆ ਜਾ ਰਿਹਾ, ਔਰ ਲਿਖੇ ਹੋਏ ਕਰਮ ਤੈਨੂੰ ਹੀ ਖਾਣੇ ਪੈਣਗੇ। ਕੀਤਾ ਹੋਇਆ ਪਾਪ ਤੈਨੂੰ ਲਿਖਾ ਦੇਣਾ ਪੈਣਾ, ਤੈਨੂੰ ਹੀ ਤੇਰਾ ਖਾਣਾ ਪੈਣਾ। ਇੱਕ ਬਹੁਤ ਵੱਡਾ ਦਾਨੀ ਰਾਜਾ ਹੋਇਆ ਅਜੇ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ। ਉਸ ਰਾਜੇ ਨੇ ਬਹੁਤ ਦਾਨ ਕੀਤਾ, ਬੜਾ ਵੱਡਾ ਦਾਨੀ ਸੀ। ਉਹਨੂੰ ਦਾਨ ਦਾ ਹੰਕਾਰ ਹੋ ਗਿਆ, ਮੇਰੇ ਵਰਗਾ ਦਾਨੀ ਕੌਣ ਹੋਣਾ। ਮੈਂ ਤਾਂ ਸਵੇਰੇ ਅੰਨ ਜਲ ਵੀ ਉਦੋਂ ਗ੍ਰਹਿਣ ਕਰਦਾ ਜਦੋਂ ਮੈਂ ਦਾਨ ਦੇ ਦਾਂ ਲੋਕਾਂ ਨੂੰ। ਉਹਦੇ ਮਹਿਲਾਂ ਮਗਰ ਬਹੁਤ ਮੋਹਰੇ ਬੰਦੇ ਖੜ ਜਾਣੇ, ਸਵੇਰੇ ਦਿਨ ਚੜ੍ਹਦਿਆਂ ਉਹਨੇ ਅੰਨ ਜਲ ਮੂੰਹ ਸੁੱਚਾ ਉਦੋਂ ਕਰਨਾ ਜਦੋਂ ਭਿਖਾਰੀਆਂ ਨੂੰ ਦਾਨ ਦੇ ਦੇਣਾ। ਬੜੀ ਜੈ ਜੈਕਾਰ ਹੋਈ, ਚਰਚਾ ਹੋਈ, ਬਹੁਤ ਵੱਡਾ ਦਾਨੀ ਰਾਜਾ ਜੀ। ਸਵੇਰੇ ਉੱਠ ਕੇ ਪਾਣੀ ਵੀ ਨਹੀਂ ਪੀਂਦਾ, ਪਹਿਲਾਂ ਦਾਨ ਕਰਦਾ। ਜਦੋਂ ਦੀ ਬਹੁਤ ਵਡਿਆਈ ਹੋਈ, ਹੰਕਾਰ ਹੋ ਗਿਆ, ਰੱਬ ਦਾ ਨਾਮ ਭੁੱਲ ਗਿਆ। ਕਿਉਂਕਿ ਵਡਿਆਈਆਂ ਜਿਹੜੀਆਂ ਨੇ ਉਹ ਰੱਬ ਤੋਂ ਦੂਰ ਕਰ ਦਿੰਦੀਆਂ ਕਈ ਵਾਰ। ਜਦੋਂ ਉਹਨੂੰ ਮਾਣ ਹੰਕਾਰ ਹੋ ਗਿਆ, ਇੱਕ ਦਿਨ ਉਹਦਾ ਹੰਕਾਰ ਤੋੜਨ ਵਾਸਤੇ ਰੱਬ ਨੇ ਇੱਕ ਸਾਧੂ ਘੱਲਿਆ। ਉਹ ਸਿਖਰ ਦੁਪਹਿਰੇ ਆਇਆ, ਰਾਜੇ ਨੂੰ ਮੋਹਰਿਓਂ ਮਿਲ ਪਿਆ, ਕਹਿੰਦਾ ਰਾਜੇ ਨੇ ਸੁਣਿਆ ਤੂੰ ਦਾਨੀ ਬਹੁਤ ਵੱਡਾ ਬਈ, ਦਾਨ ਦੇ ਕੋਈ। ਰਾਜੇ ਨੇ ਆਪਣੀ ਹੇਠੀ ਸਮਝੀ ਵੀ ਇਹ ਕਹਿੰਦਾ ਸੁਣਿਆ ਤੂੰ ਦਾਨੀ ਬਹੁਤ ਵੱਡਾ, ਮੈਂ ਤਾਂ ਦਾਨੀ ਹੈ ਹੀ ਬਹੁਤ ਵੱਡਾ। ਜੇ ਹੁਣ ਕਿਸੇ ਬੰਦੇ ਨੂੰ ਜਿਹਦੇ ਅੰਦਰ ਈਗੋ ਆ ਉਹਨੂੰ ਤੁਸੀਂ ਕਹਿ ਦਿਓ ਵੀ ਤੈਨੂੰ ਪਛਾਣਿਆ ਨਹੀਂ, ਉਹ ਤਾਂ ਵਿਚਾਰਾ ਸੜ ਬਲ ਜਾਂਦਾ ਵੀ ਮੇਰੀ ਤਾਂ ਇੰਨੀ ਪਹੁੰਚ ਹੈ, ਕਹਿੰਦਾ ਮੈਂ ਪਛਾਣਿਆ ਨਹੀਂ ਤੈਨੂੰ। ਉਹ ਜਦੋਂ ਸਾਧੂ ਨੇ ਕਿਹਾ ਵੀ ਸੁਣਿਆ ਰਾਜਾ ਤੂੰ ਦਾਨੀ ਬਹੁਤ ਵੱਡਾ ਹੈ, ਦਾਨ ਦੇ ਕੋਈ। ਉਹ ਗੁੱਸੇ 'ਚ ਕਹਿੰਦਾ ਫਿਰ ਤੈਨੂੰ ਪਤਾ ਨਹੀਂ ਮੈਂ ਦਾਨ ਕਦੋਂ ਦਿੰਦਾ। ਮੈਂ ਤਾਂ ਸਵੇਰੇ ਮੂੰਹ ਨਹੀਂ ਝੂਠਾ ਕਰਦਾ, ਪਹਿਲਾਂ ਲੋਕਾਂ ਨੂੰ ਦਾਨ ਦਿੰਦਾ ਜਿੰਨੇ ਖੜੇ ਹੁੰਦੇ ਮੰਗਣ ਵਾਲੇ। ਆ ਕੋਈ ਸਮਾਂ ਥੋੜ੍ਹੀ ਹੈ ਦਾਨ ਦੇਣ ਦਾ, ਕੱਲ ਸਵੇਰੇ ਆਈ। ਤਾਂ ਉਹ ਸਾਧੂ ਨੇ ਕਿਹਾ ਤੂੰ ਤਾਂ ਰਾਜਾ ਆ, ਫਿਰ ਤੂੰ ਰਾਜਾ ਕਾਹਦਾ ਹੈ ਜਿਹੜਾ ਦਾਨ ਵੀ ਸਵੇਰੇ ਟਾਈਮ ਸਿਰ ਦਿੰਦਾ। ਰਾਜਾ ਤਾਂ ਉਹ ਆ ਜਦੋਂ ਮਰਜ਼ੀ ਦਾਨ ਦੇ ਸਕਦਾ, ਤੂੰ ਫਿਰ ਰਾਜਾ ਕਾਹਦਾ ਹੈ। ਇੰਨੀ ਗੱਲ ਸੁਣ ਕੇ ਰਾਜਾ ਗੁੱਸੇ 'ਚ ਆ ਗਿਆ। ਉਹਨੇ ਆਪਣੇ ਸਿਪਾਹੀਆਂ ਨੂੰ ਕਿਹਾ ਆਹ ਘੋੜੇ ਦੀ ਲਿੱਦ ਚੁੱਕ ਕੇ ਦੀ ਝੋਲੀ 'ਚ ਪਾ ਦੇ। ਘੋੜੇ ਦੀ ਗੰਦਗੀ ਸੀ, ਉਹ ਲਿੱਦ ਚੁੱਕੀ ਸਾਧੂ ਦੀ ਝੋਲੀ ਪਾਤੀ। ਸਾਧੂ ਬੜਾ ਖੁਸ਼, ਅਲਖ ਨਿਰੰਜਨ ਕਹਿ ਕੇ ਰੱਬ ਦਾ ਨਾਮ ਲੈ ਕੇ ਚਲਾ ਗਿਆ। ਉਹਨੇ ਗੁੱਸਾ ਨਹੀਂ ਕੀਤਾ, ਕਿਉਂਕਿ ਸਾਧੂ ਕਹਿੰਦੇ ਉਹਨੂੰ ਨੇ ਜਿਹਨੂੰ ਗੁੱਸਾ ਹੀ ਨਾ ਆਵੇ। ਸਾਧੂ ਉਹਨੂੰ ਕਹਿੰਦੇ ਜਿਹਦੇ ਉੱਤੇ ਉਸਤਤ ਨਿੰਦਿਆ ਦਾ ਕੋਈ ਅਸਰ ਨਾ ਹੋਵੇ, ਹਰਖ ਸੋਗ ਤੇ ਨਿਆਰਾ ਹੋ ਜਾਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ ਨੈ ਨਿੰਦਿਆ ਨੈ ਉਸਤਤ ਜਾਕੈ, ਉਹਦੇ ਉੱਤੇ ਅਸਰ ਨਾ ਹੋਵੇ। ਕਹਿੰਦੇ ਨੇ ਉਹ ਸਾਧੂ ਲੈ ਗਿਆ, ਉਹਨੇ ਲਿਜਾ ਕੇ ਉਹ ਘੋੜੇ ਦੀ ਲਿੱਦ ਆਪਣੀ ਕੁੱਲੀ ਦੇ ਬਾਹਰ ਰੱਖ ਦਿੱਤੀ। 10-12 ਸਾਲ ਗੁਜ਼ਰ ਗਏ। ਇੱਕ ਦਿਨ ਅਜੇ ਰਾਜਾ ਸ਼ਿਕਾਰ ਖੇਡਦਿਆਂ ਖੇਡਦਿਆਂ ਜੰਗਲ ਵਿੱਚ ਰਸਤਾ ਭਟਕ ਗਿਆ। ਭਟਕੇ ਹੋਏ ਰਸਤੇ ਦੇ ਉਹਨੂੰ ਗਰਮੀ ਵਿੱਚ ਬਹੁਤ ਪਿਆਸ ਲੱਗੀ, ਜੰਗਲ ਵਿੱਚ ਬਹੁਤ ਅੱਗੇ ਚਲਾ ਗਿਆ ਤਾਂ ਮੁਰਸ਼ਦ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਉਸੇ ਜੰਗਲ ਵਿੱਚ ਉਹ ਸਾਧੂ ਸੀ। ਉਹ ਸਾਧੂ ਆਇਆ, ਉਹਨੇ ਕਮੰਡਲ 'ਚੋਂ ਪਾਣੀ ਦਾ ਛੱਟਾ ਦਿੱਤਾ। ਰਾਜਾ ਹੋਸ਼ ਵਿੱਚ ਆਇਆ, ਉਹਨੂੰ ਪਾਣੀ ਪਿਲਾਇਆ।
ਰਾਜੇ ਨੂੰ ਉਠਾ ਕੇ ਆਪਣੀ ਕੁੱਲੀ 'ਚ ਲੈ ਗਿਆ, ਕਹਿੰਦਾ ਚੱਲ ਆ ਮੈਂ ਤੈਨੂੰ ਭੋਜਨ ਪ੍ਰਸ਼ਾਦਾ ਛਕਾਉਣਾ। ਹੁਣ ਉਹ ਜੰਗਲ ਵਿੱਚ ਭਟਕਿਆ ਹੋਇਆ ਰਾਜਾ ਸਾਧੂ ਨਾਲ ਚਲਾ ਗਿਆ, ਜਾ ਕੇ ਭੋਜਨ ਛਕਿਆ। ਰੁੱਖਾ ਮਿੱਸਾ ਭੋਜਨ ਛਕ ਕੇ ਜਦੋਂ ਕੁੱਲੀ ਦੇ ਆਲੇ ਦੁਆਲੇ ਵੇਖਿਆ, ਉਹਨੇ ਜੰਗਲ ਵਿੱਚ ਲਿੱਦ ਦੇ ਢੇਰ ਲੱਗੇ ਹੋਏ ਆ। ਉਹ ਰਾਜਾ ਪੁੱਛਦਾ ਹੈ, ਕਹਿੰਦਾ ਮੈਂ ਕਿਸੇ ਹੋਰ ਰਾਜੇ ਦੀ ਰਿਆਸਤ ਵਿੱਚ ਆ ਗਿਆ। ਉਹ ਸਾਧੂ ਨੇ ਕਿਹਾ ਨਹੀਂ ਰਾਜਨ, ਕਿਸੇ ਰਾਜੇ ਦੀ ਰਿਆਸਤ ਨਹੀਂ ਹੈ ਇੱਥੇ। ਕਹਿੰਦਾ ਫਿਰ ਰਿਆਸਤ ਨਹੀਂ ਤਾਂ ਲਿੱਦ ਦੇ ਢੇਰ ਕਿਵੇਂ ਲੱਗੇ ਨੇ? ਇਹਦਾ ਮਤਲਬ ਇੱਥੇ ਕੋਈ ਰਾਜਾ ਰਹਿੰਦਾ ਹੈ, ਉਹਦੇ ਘੋੜਿਆਂ ਦੀ ਇੰਨੀ ਲਿੱਦ ਹੋਏਗੀ, ਉਹਦੀ ਸੈਨਾ, ਉਹਦੀ ਫੌਜ, ਉਹਦੇ ਘੋੜਸਵਾਰ, ਉਹਦੇ ਘੋੜਿਆਂ ਦੀ ਐਡੀ ਲਿੱਦ ਹੈ। ਤਾਂ ਸਾਧੂ ਨੇ ਹੱਸ ਕੇ ਕਿਹਾ ਨਹੀਂ ਰਾਜਨ, ਕਿਸੇ ਦੇ ਘੋੜਿਆਂ ਦੀ ਲਿੱਦ ਨਹੀਂ ਹੈ, ਕਿਸੇ ਰਾਜੇ ਦੀ ਰਿਆਸਤ ਨਹੀਂ ਹੈ, ਤੇਰਾ ਦਿੱਤਾ ਦਾਨ ਹੈ, 10 ਗੁਣਾ ਫਲ ਗਿਆ। ਜੋ ਤੂੰ ਦਾਨ ਦਿੱਤਾ ਤੈਨੂੰ ਖਾਣਾ ਪੈਣਾ। ਉਹਨੇ ਕਿਹਾ ਇੰਨੇ ਲਿੱਦ ਦੇ ਢੇਰ ਮੈਂ ਕਿਵੇਂ ਖਾਵਾਂਗਾ? ਕਹਿੰਦਾ ਰਾਜਨ ਪਤਾ ਨਹੀਂ ਕਿੰਨੇ ਜਨਮ ਤੈਨੂੰ ਗੋਹੇ ਦਾ ਕੀੜਾ ਬਣਨਾ ਪੈਣਾ, ਖਾਈ ਜਾਈ, ਜਦੋਂ ਮੁੱਕੇਗਾ ਉਦੋਂ ਤੇਰੀਆਂ ਜੂਨਾਂ ਮੁੱਕਣਗੀਆਂ, ਜਦੋਂ ਮੁੱਕੇਗਾ ਉਦੋਂ ਤੇਰੀਆਂ ਜੂਨਾਂ ਮੁੱਕਣਗੀਆਂ। ਉਹ ਰਾਜੇ ਨੇ ਕਹਿੰਦੇ ਹੱਥ ਜੋੜੇ, ਸਾਧੂ ਨੇ ਗਿਆਨ ਦਿੱਤਾ। ਉਹਨੇ ਕਿਹਾ ਜੀ ਮੈਨੂੰ ਮਾफ़ ਕਰ ਦਿਓ, ਮੇਰੇ ਕੋਲੋਂ ਹੰਕਾਰ ਵਿੱਚ ਗਲਤ ਦਾਨ ਦਿੱਤਾ ਗਿਆ, ਤੁਸੀਂ ਮੈਨੂੰ ਮਾफ़ ਕਰੋ, ਕਿਸੇ ਤਰ੍ਹਾਂ ਕਿਰਪਾ ਕਰੋ, ਇਹ ਲੇਖਾ ਨਾ ਮੈਨੂੰ ਦੇਣਾ ਪਏ। ਸਾਧੂ ਨੇ ਕਿਹਾ ਮੈਂ ਤਾਂ ਤੈਨੂੰ ਰਾਹ ਦੱਸ ਸਕਦਾ ਭਾਈ, ਅੱਗੇ ਤੇਰੇ ਕਰਮ। ਰਾਜੇ ਨੇ ਕਿਹਾ ਰਾਹ ਦੱਸੋ। ਕਹਿੰਦਾ ਜਿੰਨੇ ਲੋਕਾਂ ਦੀ ਵਡਿਆਈ ਲਈ ਹੈ ਨਾ ਤੂੰ ਹੰਕਾਰੀ ਹੋਇਆ, ਜਾਂ ਉਨੇ ਲੋਕ ਤੇਰੀ ਨਿੰਦਿਆ ਕਰਨ, ਨਿੰਦਿਆ ਕਰਵਾ ਲੋਕਾਂ ਕੋਲੋਂ, ਤੇਰੀ ਮੈਲ ਉਤਰੇ। ਲੋਕ ਤੈਨੂੰ ਮਾੜਾ ਕਹਿਣ, ਫਿਰ ਤੇਰੇ ਪਾਪਾਂ ਦੀ ਮੈਲ ਉਤਰੇਗੀ। ਜਿਹੜਾ ਜਿਹੜਾ ਬੰਦਾ ਤੇਰੀ ਨਿੰਦਿਆ ਕਰੇਗਾ, ਤੇਰੇ ਪਾਪ ਘਟਦੇ ਜਾਣਗੇ, ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਵੰਡਿਆ ਜਾਏਗਾ। ਤਾਈਓ ਪਾਤਸ਼ਾਹ ਨੇ ਕਿਹਾ ਕਿਸੇ ਦੀ ਨਿੰਦਿਆ ਨਾ ਕਰਿਆ ਕਰੋ। ਕਿਉਂ ਭਾਈ? ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਨ, ਨਰਕੇ ਘੋਰ ਪਵਨ ਫਰੀਦਾ, ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੂੰਹੋਂ ਉੱਪਰ ਹੋਏ। ਕਿਸੇ ਦੀ ਨਿੰਦਿਆ ਨਾ ਕਰੋ, ਚੰਗਾ ਮਾੜਾ ਸਭ ਕੁਝ ਰੱਬ ਦੇ ਹੁਕਮ ਵਿੱਚ ਹੋ ਰਿਹਾ। ਕਹਿੰਦੇ ਫਿਰ ਉਹ ਰਾਜੇ ਨੂੰ ਸਾਧੂ ਨੇ ਰਾਹ ਦੱਸਿਆ, ਜਾ ਆਪਣੀ ਨਿੰਦਿਆ ਕਰਵਾ ਝੂਠੀ। ਉਹਨੇ ਫਿਰ ਨਾ ਝੂਠਾ ਮੂਠਾ ਸ਼ਰਾਬੀ ਹੋਣ ਦਾ ਢੋਂਗ ਕੀਤਾ, ਹੈ ਨਹੀਂ ਸੀ, ਐਵੇਂ ਲੋਕਾਂ ਨੂੰ ਝੂਠਾ ਮੂਠਾ ਤੰਗ ਕਰਨ ਲੱਗ ਪਿਆ। ਬਾਅਦ ਵਿੱਚ ਉਹ ਬੰਦੇ ਦੇ ਘਰ ਰਸਤਾਂ ਭੇਜ ਦੇਣੀਆਂ, ਪਹਿਲਾਂ ਉਹਦੇ ਕੋਲੋਂ ਖੋਹ ਲੈਣਾ, ਫਿਰ ਰਾਤ ਨੂੰ ਉਹਦੇ ਘਰ ਚੀਜ਼ਾਂ ਭੇਜ ਦੇਣੀਆਂ। ਸਾਰੇ ਪਿੰਡ ਵਿੱਚ ਨਿੰਦਿਆ ਹੋਣੀ ਵੀ ਰਾਜਾ ਬਹੁਤ ਮਾੜਾ ਹੋ ਗਿਆ, ਬੜਾ ਪਾਪੀ ਹੈ, ਰਾਜਾ ਐਂ ਕਰਦਾ ਹੈ। ਉਹਦੀ ਨਿੰਦਿਆ ਹੋਈ ਗਈ। 3 ਕੁ ਮਹੀਨੇ ਬਾਅਦ ਗਿਆ ਜੰਗਲ 'ਚ, ਜਾ ਕੇ ਕੀ ਵੇਖਦਾ ਵੇ ਸਾਰੇ ਕਰਮ ਉਹਦੇ ਲਿੱਦ ਦੇ ਢੇਰ ਖਤਮ ਹੋ ਗਏ। ਗੌਰ ਨਾਲ ਵੇਖਿਆ ਸਾਰੇ ਲਿੱਦ ਦੇ ਢੇਰ ਖਤਮ ਹੋ ਗਏ, ਇੱਕ ਬੁੱਕ ਲਿੱਦ ਦਾ ਰਹਿ ਗਿਆ। ਕਹਿੰਦਾ ਮਹਾਰਾਜ ਆਹ ਰਹਿ ਗਿਆ। ਸਾਧੂ ਕਹਿੰਦਾ ਇਹ ਤਾਂ ਤੇਰਾ ਹੀ ਦਿੱਤਾ ਹੈ ਨਾ, ਇਹ ਤਾਂ ਤੇਰਾ ਹੀ ਦਿੱਤਾ ਹੋਇਆ, ਇਹ ਤਾਂ ਤੈਨੂੰ ਹੀ ਖਾਣਾ ਪੈਣਾ, ਆਪੇ ਬੀਜ ਆਪੇ ਹੀ ਖਾਓ, ਇਹ ਤਾਂ ਤੇਰਾ ਦਿੱਤਾ ਹੋਇਆ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਨਾਲ ਕੀ ਜਾਣਾ? ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਆਪੇ ਬੀਜ ਆਪੇ ਹੀ ਖਾਓ। ਰਾਜੇ ਨੇ ਕਿਹਾ ਜੀ ਇਹ ਇੱਕ ਬੁੱਕ ਲਿੱਦ ਦਾ, ਕਹਿੰਦੇ ਤਾਂ ਤੈਨੂੰ ਖਾਣਾ ਪੈਣਾ, ਭਾਵੇਂ ਮਰ ਕੇ ਗੋਹੇ ਦਾ ਕੀੜਾ ਬਣ ਜਾਈ, ਇਹ ਤਾਂ ਤੈਨੂੰ ਹੀ ਖਾਣਾ ਪੈਣਾ। ਕਹਿੰਦਾ ਜੀ ਜੇ ਇਹ ਤੋਂ ਵੀ ਮੇਰੀ ਮੁਕਤੀ ਹੋ ਜਾਏ ਤਾਂ ਚੰਗੀ ਗੱਲ ਹੈ। ਗੁਰੂ ਕੋਲ ਰਾਹ ਹੁੰਦਾ, ਸਾਧੂ ਕੋਲ ਮਾਰਗ ਹੁੰਦਾ। ਉਹ ਸਾਧੂ ਨੇ ਕਿਹਾ ਹਾਂ ਹੋ ਸਕਦਾ ਹੈ। ਕਹਿੰਦਾ ਜੀ ਕਿਵੇਂ? ਕਹਿੰਦੇ ਤੇਰੀ ਰਿਆਸਤ ਵਿੱਚ ਨਾ ਇੱਕ ਬਹੁਤ ਬਜ਼ੁਰਗ ਮਾਈ ਰਹਿੰਦੀ ਹੈ, ਉਹਦੀ ਬੰਦਗੀ ਬਹੁਤ ਹੈ, ਸਿਮਰਨ ਬਹੁਤ ਹੈ, ਭਗਤੀ ਬਹੁਤ ਹੈ। ਉਸ ਮਾਈ ਨੇ ਤੇਰੀ ਨਿੰਦਿਆ ਨਹੀਂ ਕੀਤੀ, ਉਹਨੂੰ ਸਭ ਕੁਝ ਪਤਾ ਹੈ। ਲੋਕ ਤੈਨੂੰ ਮਾੜਾ ਕਹਿੰਦੇ ਰਹੇ, ਉਸ ਮਾਈ ਨੇ ਨਿੰਦਿਆ ਨਹੀਂ ਕੀਤੀ, ਆਪਣੀ ਜ਼ੁਬਾਨ ਤੋਂ ਤੈਨੂੰ ਮਾੜਾ ਨਹੀਂ ਕਿਹਾ। ਉਸ ਮਾਈ ਦੀ ਭਗਤੀ ਬਹੁਤ ਹੈ। ਜਾ ਉਸ ਮਾਈ ਦੇ ਕੋਲ, ਜੇ ਕਿਤੇ ਉਹ ਤੈਨੂੰ ਮਾੜਾ ਕਹਿ ਦੇ ਨਾ ਵੀ ਰਾਜਾ ਬਹੁਤ ਮਾੜਾ ਹੈ, ਪਾਪੀ ਹੈ, ਤੇਰਾ ਕਰਮ ਕੱਟਿਆ ਜਾਣਾ। ਇਹਨੇ ਪਤਾ ਲਿਆ, ਚਲਾ ਗਿਆ। ਜਦੋਂ ਉਸ ਮਾਈ ਦੇ ਮੁਹੱਲੇ ਜਾ ਕੇ ਵੇਖਿਆ, ਕੱਚਾ ਜਿਹਾ ਉਹਦਾ ਘਰ ਹੈ, ਗਰੀਬਣੀ ਜੇ ਮਾਈ ਹੈ, ਬੰਦਗੀ ਕਰਦੀ ਹੈ, ਬਜ਼ੁਰਗ ਹੈ, ਭਗਤੀ ਬਹੁਤ ਹੈ, ਚੰਗੇ ਕਰਮ ਨੇ। ਜਾ ਕੇ ਇਹਨੇ ਉੱਥੇ ਲਾਗੇ ਸ਼ਰਾਬੀ ਹੋਣ ਦਾ ਢੋਂਗ ਕੀਤਾ, ਦਰਵਾਜ਼ਾ ਖੜਕਾਇਆ।
ਬੁੱਢੜੀ ਮਾਈ ਨੇ ਦਰਵਾਜ਼ਾ ਖੋਲ੍ਹਿਆ, ਜਾਣ ਕੇ ਉਹਦੇ ਦਰਵਾਜ਼ੇ ਵਿੱਚ ਲੱਤਾਂ ਮਾਰਨ ਲੱਗ ਪਿਆ। ਲੋਕੀ ਕੋਠਿਆਂ ਤੇ ਚੜ੍ਹ ਗਏ ਵੀ ਰਾਜਾ ਸ਼ਰਾਬੀ ਹੋਇਆ, ਇਹ ਵਿਚਾਰੀ ਗਰੀਬਣੀ ਮਾਈ ਦੇ ਘਰ ਕਿਉਂ ਲੱਤਾਂ ਮਾਰਦਾ। ਲੋਕੀ ਕਹਿਣ ਦੇਖੋ ਰਾਜੇ ਦੀ ਮੱਤ ਮਾਰੀ ਗਈ, ਉਹ ਬੁੜੀ ਤਾਂ ਚੰਗੀ ਬਹੁਤ ਹੈ, ਉਸ ਮਾਈ ਦੇ ਦਰਵਾਜ਼ੇ ਨੂੰ ਲੱਤਾਂ ਮਾਰਦਾ, ਰਾਜਾ ਉਹਦੇ ਦਰਵਾਜ਼ੇ ਭੰਨ ਰਿਹਾ। ਤੇ ਮਾਈ ਦਰਵਾਜ਼ਾ ਖੋਲ ਕੇ ਸਾਹਮਣੇ ਖੜੋ ਗਈ। ਰਾਜਾ ਸ਼ਰਾਬੀ ਹੋਣ ਦਾ ਢੋਂਗ ਕਰੇ, ਲੱਤਾਂ ਮਾਰੇ ਦਰਵਾਜ਼ੇ ਵਿੱਚ। ਮਾਈ ਨੇ ਹੱਥ ਜੋੜ ਕੇ ਹੱਸ ਪਈ ਉਹ ਬਜ਼ੁਰਗ ਮਾਈ। ਰਾਜਾ ਹੁਣ ਲੱਤਾਂ ਮਾਰਨੋਂ ਹਟ ਗਿਆ ਦਰਵਾਜ਼ੇ 'ਚ, ਉਹ ਮਾਈ ਬਜ਼ੁਰਗ ਹੱਸ ਪਈ। ਉਹਨੇ ਹੱਸ ਕੇ ਬਜ਼ੁਰਗ ਮਾਈ ਨੇ ਕਿਹਾ, ਕਹਿੰਦੀ ਰਾਜਨ ਤੇਰੇ ਹਿੱਸੇ ਦੀ ਲਿੱਦ ਮੈਂ ਨਹੀਂ ਉਹ ਖਾਣੀ, ਤੈਨੂੰ ਖਾਣੀ ਪੈਣੀ ਹੈ। ਜਾ ਚਲਾ ਜਾ, ਮੈਂ ਤੇਰੀ ਨਿੰਦਿਆ ਨਹੀਂ ਕਰਨੀ। ਅੱਖਾਂ ਖੁੱਲ ਗਈਆਂ, ਉਹ ਮਾਤਾ ਤੰਤਰ ਜੰਮੀ ਹੈ, ਇਹਦੀ ਇੰਨੀ ਭਗਤੀ। ਹੱਥ ਜੋੜ ਕਹਿੰਦਾ ਮਾਈ ਉਹ ਲਿੱਦ ਦਾ ਢੇਰ, ਕਹਿੰਦੀ ਉਹ ਤਾਂ ਤੈਨੂੰ ਖਾਣੀ ਪੈਣੀ, ਤੇਰਾ ਦਿੱਤਾ ਦਾਨ ਹੈ, ਆਪੇ ਬੀਜ ਆਪੇ ਹੀ ਖਾਓ। ਜਾਂ ਆਪਣਾ ਕੀਤਾ ਕਰਮ ਇਸੇ ਜਨਮ ਵਿੱਚ ਨਿਬੜ ਜਾਏਗਾ। ਸਾਹਿਬ ਨੇ ਬਾਣੀ ਅੰਦਰ ਕਿਹਾ, ਉਹਨੇ ਆਪਣੀ ਦਿੱਤੀ ਭਿੱਖਿਆ ਆਪੇ ਖਾਧੀ ਉਸੇ ਜਨਮ 'ਚ। ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਇਸ ਲਈ ਸਾਨੂੰ ਗੁਰੂ ਨੇ ਰਾਹ ਦੱਸਿਆ, ਭਾਈ ਤੇਰੀ ਮੱਤ ਪਰਫੈਕਟ ਨਹੀਂ ਹੈ, ਤੂੰ ਕਦੇ ਵੀ ਕੋਈ ਗਲਤੀ ਕਰ ਸਕਦਾ, ਪਰ ਜੇ ਤੂੰ ਚਾਹੁੰਦਾ ਤੈਨੂੰ ਲੇਖਾ ਨਾ ਦੇਣਾ ਪਵੇ, ਰੱਬ ਦੇ ਕੋਲੋਂ ਰੋਜ਼ ਮੰਗ ਲਿਆ ਕਰ, ਦਾਤਾ ਮੇਰੇ ਕੀਤੇ ਕਰਮਾਂ ਦੀ ਮੈਨੂੰ ਮਾਫੀ ਦੇ ਦਿਓ। ਰੋਜ਼ ਸੌਣ ਲੱਗਿਆਂ ਕਹਿ ਦਿਆ ਕਰ, ਲਿਖੇ ਕਤੈ ਨਾ ਛੁੱਟੀ ਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਫਿਰ ਗੁਰੂ ਦੀ ਜ਼ਿੰਮੇਵਾਰੀ ਹੈ, ਉਹ ਬਖਸ਼ਣ ਦੀ ਸਮਰੱਥਾ ਰੱਖਦਾ ਹੈ। ਇੱਥੋਂ ਤੱਕ ਪਾਤਸ਼ਾਹ ਨੇ ਕਿਹਾ ਇਹ ਗੁਰੂ ਦੀ ਪਾਵਰ ਹੈ ਭਾਈ, ਜੇ ਗੁਰੂ ਚਾਹਵੇ ਤਾਂ ਧਰਮਰਾਜ ਨੂੰ ਕਹਿ ਦੇਵੇ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲਿਖਾ ਸਮਝਾ। ਇਹ ਬੰਦੇ ਦਾ ਲਿਖਾ ਭਾਈ ਮੈਂ ਆਪੇ ਹੀ ਸਮਝ ਲਾਂਗਾ, ਤੂੰ ਲਿਖਾ ਨਹੀਂ ਪੁੱਛ ਸਕਦਾ। ਤਾਈਓਂ ਪਾਤਸ਼ਾਹ ਨੇ ਕਿਹਾ ਗੁਰੂ ਦਾ ਨਾਮ ਜਪ, ਬੰਦਗੀ ਕਰ। ਜਿੱਦਣ ਤੂੰ ਨਾਮ ਜਪੇਂਗਾ ਰੱਬ ਦੀ ਦਰਗਾਹ ਵਿੱਚ ਗੁਰੂ ਤੇਰੀ ਜਾਮਣੀ ਭਰੇਗਾ। ਜਦੋਂ ਤੂੰ ਧਰਤੀ ਤੋਂ ਜਾਣਾ ਉਦੋਂ ਰੱਬ ਦੀ ਦਰਗਾਹ ਵਿੱਚ ਗੁਰੂ ਨੇ ਤੇਰੀ ਜਾਮਣੀ ਦੇਣੀ ਹੈ, ਔਰ ਗੁਰੂ ਦੀ ਦਿੱਤੀ ਜਾਮਣੀ ਤੇਰੇ ਜਨਮ ਮਰਨ ਤੋਂ ਤੈਨੂੰ ਮੁਕਤ ਕਰਾ ਸਕਦੀ ਹੈ। ਨਾਉ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਇਹੀ, ਜੇ ਕੋ ਜੀਓ ਕਹੈ ਉਹਨਾਂ ਨੂੰ ਤਾਂ ਜਮ ਕੀ ਤਲਬ ਨਾ ਹੋਈ। ਜਮ ਵੀ ਤਲਬ ਨਹੀਂ ਕਰ ਸਕਦਾ। ਇਸ ਲਈ ਸਾਧ ਸੰਗਤ ਆ ਫਿਰ ਜਿਹੜੀ ਮਰਿਆਦਾ ਅਰਦਾਸ ਕਰਨ ਦੀ ਬਣੀ ਹੈ ਨਾ, ਇੱਕ ਤਾਂ ਪਾਤਸ਼ਾਹ ਨੇ ਕਿਹਾ ਜਿਉਂਦਿਆਂ ਜੀ ਅਰਦਾਸ ਕਰ, ਜਿਉਂਦਿਆਂ ਜੀ ਬੰਦਗੀ ਕਰ, ਨਾਮ ਜਪ, ਉਹ ਤੇਰੇ ਨਾਲ ਜਾਣਾ। ਉਸ ਤੋਂ ਬਾਅਦ ਇੱਕ ਮਰਿਆਦਾ ਪਾਤਸ਼ਾਹ ਨੇ ਤਰਸ ਕਰਕੇ ਹੋਰ ਦਿੱਤੀ ਹੈ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਹ ਮਰਿਆਦਾ ਜਿਹੜੀ ਆਪਾਂ ਅਰਦਾਸ ਕਰਦੇ ਹਾਂ, ਆਹ ਮਰਿਆਦਾ ਜਿਹੜੀ ਆਪਾਂ ਗੁਰੂ ਦੀ ਬਾਣੀ ਦਾ ਪਾਠ ਕਰਨਾ, ਕਰਾਉਣਾ, ਸੁਣਨਾ, ਸੇਵਾ ਕਰਨੀ, ਫਿਰ ਉਹ ਵਿਛੜੀ ਆਤਮਾ ਲਈ ਅਰਦਾਸ ਵੀ ਕਰਨੀ, ਕੀਰਤਨ ਕਥਾ, ਇਹ ਸਭ ਕੁਝ ਗੁਰੂ ਨੇ ਸਾਨੂੰ ਮਰਿਆਦਾ ਦਿੱਤੀ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ 94 ਸਾਲ ਦੀ ਉਮਰ ਹੋਈ ਜਦੋਂ ਪਾਤਸ਼ਾਹ ਦਾ ਅੰਤਮ ਸਮਾਂ ਆਇਆ। ਗੁਰੂ ਅਮਰਦਾਸ ਮਹਾਰਾਜ ਨੇ ਸਾਰਾ ਪਰਿਵਾਰ ਸੱਦਿਆ, ਆਪਣਾ ਪੁੱਤਰ ਧੀਆਂ, ਪੋਤੇ ਦੋਤੇ ਪੜਪੋਤੇ, ਕਿਉਂਕਿ 94 ਸਾਲ ਦੀ ਉਮਰ ਸੀ, ਪਾਤਸ਼ਾਹ ਦੇ ਪੜਪੋਤੇ ਵੀ ਸੀ। ਔਰ ਜੋ ਗੁਰੂ ਅਮਰਦਾਸ ਮਹਾਰਾਜ ਨੇ ਅੰਤ ਵੇਲੇ ਸਾਰੇ ਪਰਿਵਾਰ ਨੂੰ ਸੱਦ ਕੇ ਕਿਹਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੋਇਆ ਹੈ। ਪਾਤਸ਼ਾਹ ਨੇ ਫਿਰ ਮਰਿਆਦਾ ਦਿੱਤੀ, ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ। ਸਾਰੇ ਪਰਿਵਾਰ ਨੂੰ ਸੱਦਿਆ ਤੇ ਹੁਕਮ ਕੀਤਾ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਕਿਸੇ ਨੇ ਰੋਣਾ ਨਹੀਂ ਹੈ, ਉਹ ਮੈਨੂੰ ਚੰਗਾ ਨਹੀਂ ਲੱਗੇਗਾ। ਪਰਿਵਾਰ ਵਾਲਿਆਂ ਕਿਹਾ ਮਹਾਰਾਜ ਇਹ ਤਾਂ ਕੋਈ ਰੋਕ ਹੀ ਨਹੀਂ ਸਕਦਾ, ਰੋਣਾ ਤਾਂ ਬੰਦੇ ਦੇ ਵੱਸ ਹੀ ਨਹੀਂ ਹੈ। ਜਿਹਨੂੰ ਜਿੰਨਾ ਜਿੰਨਾ ਕਿਸੇ ਦਾ ਦੁੱਖ ਹੈ, ਪਿਆਰ ਹੈ, ਉਹਨਾਂ ਰੋਣਾ ਆਉਂਦਾ ਹੈ। ਫਿਰ ਪਾਤਸ਼ਾਹ ਨੇ ਕਿਹਾ ਭਾਈ ਇਹ ਰੋਣਾ ਨਹੀਂ, ਜਿਹੜੇ ਰੋਣੇ ਤੋਂ ਅਸੀਂ ਤੁਹਾਨੂੰ ਰੋਕਿਆ ਉਹ ਇਹ ਹੈ, ਰੱਬ ਨੂੰ ਰੋਸ ਕਰਕੇ ਨਾ ਕਿਉ ਵੇ ਰੱਬਾ ਤੂੰ ਮਾੜਾ ਕੀਤਾ, ਰੋਸ ਨਾ ਕਰਿਓ। ਬਾਕੀ ਜਦੋਂ ਵੀ ਕੋਈ ਜਾਂਦਾ ਉਦੋਂ ਜਿੰਨਾ ਜਿੰਨਾ ਕਿਸੇ ਦਾ ਸੰਬੰਧ ਹੈ ਉਹਨਾਂ ਦੁੱਖ ਹੁੰਦਾ ਹੈ।
ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ, ਕਈ ਵਾਰ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਘਟ ਜਾਂਦੀਆਂ ਨੇ, ਉਹ ਸੁਣ ਕੇ ਵੇਖ ਕੇ ਕੋਈ ਬੰਦਾ ਰੋਂਦਾ ਵੇਖਿਆ ਤੁਸੀਂ? ਉਹ ਤਾਂ ਜਿਹਦਾ ਭਾਈ ਚਲਾ ਗਿਆ ਉਹਨੂੰ ਪਤਾ ਹੈ, ਉਹ ਤਾਂ ਜਿਹਦੇ ਨਾਲ ਘਟਨਾ ਘਟ ਗਈ ਉਹਨੂੰ ਪਤਾ ਹੈ, ਉਹ ਤਾਂ ਜਿਹਦੇ ਪਰਿਵਾਰ ਦੇ ਜੀ ਚਲੇ ਗਏ ਉਹਨਾਂ ਨੂੰ ਪਤਾ ਦੁੱਖ ਕੀ ਹੈ। ਤਾਂ ਜੋ ਵੀ ਜਦੋਂ ਘਰ ਚੋਂ ਭਾਵੇਂ ਕੋਈ ਵੱਡੀ ਉਮਰ ਦਾ ਵੀ ਜਾਵੇ, ਐ ਨਹੀਂ ਤੁਸੀਂ ਕਹਿ ਸਕਦੇ ਵੇ ਜੀ ਉਹ ਤਾਂ ਵੱਡੀ ਉਮਰ ਦੇ ਸੀ, ਰੋਣ ਦੀ ਲੋੜ ਹੀ ਨਹੀਂ ਹੈ। ਰੋਣਾ ਜਿਹੜਾ ਹੈ ਉਹ ਅੱਖਾਂ ਵਿੱਚੋਂ ਹੰਝੂ, ਮਨ ਦਾ ਵਿਰਾਗ, ਉਹ ਚੀਜ਼ ਹੈ ਜਿਹਦਾ ਜਿੰਨਾ ਜਿੰਨਾ ਕਿਸੇ ਨਾਲ ਸੰਬੰਧ ਹੈ ਉਨਾ ਉਹਨੂੰ ਉਹਦਾ ਵਿਰਾਗ ਆਉਂਦਾ, ਉਨਾ ਹੀ ਉਹਨੂੰ ਸਦਮਾ ਹੁੰਦਾ, ਉਨਾ ਹੀ ਉਹਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ। ਸਾਧ ਸੰਗਤ ਮਾਫ ਕਰਿਓ, ਪਿਓ ਭਾਵੇਂ 70 ਸਾਲ ਦੀ ਉਮਰ ਵਿੱਚ ਜਾਵੇ ਦੁਨੀਆ ਤੋਂ, 80 ਸਾਲ ਦੀ ਉਮਰ ਹੋ ਜਾਏ, ਮੈਂ 60 ਸਾਲ ਦੀਆਂ ਧੀਆਂ 70 75 ਸਾਲ 80 ਸਾਲ 85 ਸਾਲ ਦੇ ਪਿਓ ਦੀ ਲਾਸ਼ ਉੱਤੇ ਧਾਹਾਂ ਮਾਰ ਕੇ ਰੋਂਦੀਆਂ ਵੇਖੀਆਂ। ਹਾਲਾਂਕਿ 60 65 ਸਾਲ ਦਾ ਬੰਦਾ ਤਾਂ ਖੁਦ ਬਜ਼ੁਰਗ ਹੈ, ਬੁੱਢਾ ਹੀ ਹੈ, 60 ਕੇ ਬੁਢੇਪਾ ਆਵੇ, 60 ਸਾਲ ਤੋਂ ਬਾਅਦ ਬੰਦੇ ਨੂੰ ਬੁੜਾ ਕਹਿਣ ਲੱਗ ਪੈਂਦੇ ਆ। 60 ਸਾਲ ਦੀਆਂ ਉਮਰ ਦੀਆਂ ਧੀਆਂ 80 85 ਸਾਲ ਦੀ ਮਾਈ ਦੀ ਅਰਥੀ ਉੱਤੇ ਰੋਂਦੀਆਂ ਵੇਖੀਆਂ ਨੇ। ਉਹ ਆਪ ਬਜ਼ੁਰਗ ਨੇ ਪਰ ਮਾਂ ਦੇ ਜਾਣ ਤੇ ਤਾਂ ਵੀ ਰੋਣਾ ਆਉਂਦਾ ਹੈ, ਪਿਓ ਦੇ ਮਰਨ ਉੱਤੇ ਧੀਆਂ ਤਾਂ ਵੀ ਰੋਂਦੀਆਂ ਨੇ, ਭਾਵੇਂ ਸਾਧ ਸੰਗਤ ਉਮਰ 80 90 ਸਾਲ ਦੀ ਹੋ ਜਾਏ। ਐਦਾਂ ਥੋੜੀ ਕੋਈ ਕਹਿ ਸਕਦਾ ਫਿਰ ਕੀ ਹੋਇਆ 90 ਸਾਲ ਦੇ ਸੀ 80 ਸਾਲ ਦੇ ਸੀ ਕਾਹਨੂੰ ਰੋ ਰਹੇ ਆ। ਜਿਹਦਾ ਪਿਓ ਹੈ ਉਹਦਾ ਪਿਓ ਹੈ, ਭਾਵੇਂ 80 ਸਾਲ ਦਾ ਭਾਵੇਂ 90 ਸਾਲ ਦਾ ਭਾਵੇਂ ਥੋੜੀ ਉਮਰ ਦਾ, ਪਿਓ ਵਰਗਾ ਦੁਨੀਆ 'ਚ ਕੋਈ ਰਿਸ਼ਤਾ ਹੋਏ ਨਹੀਂ ਸਕਦਾ। ਭਾਈ ਗੁਰਦਾਸ ਸਾਹਿਬ ਨੂੰ ਵੀ ਲਿਖਣਾ ਪੈ ਗਿਆ, ਕਹਿੰਦੇ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈ ਹੈ। ਪਿਓ ਵਰਗਾ ਰਿਸ਼ਤਾ ਦੁਨੀਆ 'ਚ ਨਹੀਂ ਕੋਈ ਹੋ ਸਕਦਾ। ਕਈ ਵਾਰ ਜਦੋਂ ਆਪਾਂ ਪਰਿਵਾਰਾਂ 'ਚ ਰਹਿੰਦੇ ਨਾ ਜੀ, ਜਿੰਨੀ ਦੇਰ ਜਿਉਂਦੇ ਉਨੀ ਦੇਰ ਗੱਲ ਸਮਝ ਨਹੀਂ ਆਉਂਦੀ, ਕਈ ਵਾਰ ਵਿਚਾਰਾਂ ਵੀ ਨਹੀਂ ਰਲਦੀਆਂ, ਕਈ ਵਾਰ ਪਿਓ ਪੁੱਤ ਗੁੱਸੇ ਰਾਜੀ ਵੀ ਹੋ ਜਾਂਦੇ ਆ, ਕਈ ਵਾਰ ਪਿਓ ਤੇ ਪੁੱਤਰ ਦਾ ਆਪਸ ਵਿੱਚ ਬੋਲਚਾਲ ਵੀ ਥੋੜੀ ਕਈ ਵਾਰ ਗੁੱਸਾ ਫਿੱਕਾ ਹੋ ਜਾਂਦਾ। ਪਰ ਜਿੱਦਣ ਪਿਓ ਜਾਂਦਾ ਨਾ ਉਦਣ ਪੁੱਤ ਨੂੰ ਪਤਾ ਲੱਗਦਾ ਪਿਓ ਦੀ ਕੀਮਤ ਕੀ ਹੈ, ਉਦਣ ਪਤਾ ਲੱਗਦਾ ਪਿਓ ਦੀ ਦੇਣ ਕੀ ਹੈ। ਉਦਣ ਯਾਦ ਆਉਂਦਾ ਜਿਹਨੇ ਉਂਗਲੀ ਲਾ ਕੇ ਤੁਰਨਾ ਸਿਖਾਇਆ, ਉਦਣ ਯਾਦ ਆਉਂਦਾ ਜਿਹੜਾ ਪਿੱਠ ਉੱਤੇ ਕੰਧ ਤੇ ਮੋਢਿਆਂ ਤੇ ਚੁੱਕ ਕੇ ਮੇਲਾ ਦਿਖਾਉਣ ਜਾਂਦਾ ਸੀ, ਉਦਣ ਯਾਦ ਆਉਂਦਾ ਜਿਹੜਾ ਪਿਓ ਪੁੱਤ ਦੇ ਲਈ ਹਰ ਥਾਂ ਖੜਦਾ ਸੀ, ਉਦਣ ਯਾਦ ਆਉਂਦਾ ਜਿੱਦਣ ਨਿੱਕੀ ਜਿਹੀ ਉਮਰ ਵਿੱਚ ਕਿਤੇ ਬੱਚੇ ਦੇ ਟੀਕਾ ਵੀ ਲਵਾਉਣਾ ਹੋਵੇ ਨਾ, ਕੋਲ ਖੜੇ ਪਿਓ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ। ਤੁਸੀਂ ਪਿਓ ਦੇ ਖਲੋਤਿਆਂ ਟੀਕਾ ਲਵਾ ਕੇ ਵੇਖੋ ਨਿੱਕੇ ਜਿਹੇ ਬੱਚੇ, ਉਦਣ ਪਤਾ ਲੱਗਦਾ ਉਹ ਪਿਓ ਜਿਹਦੇ ਮੈਂ ਜਿਗਰ ਦਾ ਟੁਕੜਾ ਸੀ, ਸਭ ਤੋਂ ਜ਼ਿਆਦਾ ਮੇਰੇ ਨੇੜੇ ਸੁੱਖ ਦੇਣ ਵਾਲਾ, ਮੇਰੀ ਤਾਕਤ, ਉਹ ਮੇਰਾ ਪਿਓ ਹੈ। ਪਿਓ ਦੀ ਦੁਨੀਆ ਦੇ ਅੰਦਰ ਰਿਸ਼ਤਾ ਹੀ ਵੱਖਰਾ ਹੈ। ਮਾਂ ਤੇ ਪਿਓ ਦੇ ਰਿਸ਼ਤੇ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਾਰ-ਵਾਰ ਆਈ ਹੈ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਮੈਂ ਅੱਗੇ ਜਾਣਾ ਹੈ, ਮਾਲਪੁਰ ਸਮਾਗਮ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ 15 ਸਾਲ ਦੀ ਉਮਰ ਹੋ ਗਈ। 15 ਸਾਲ ਦਾ ਬੱਚਾ ਤਕੜਾ ਹੁੰਦਾ, 10ਵੀਂ 11ਵੀਂ 'ਚ ਪੜ੍ਹਦਾ, ਔਰ ਪਾਤਸ਼ਾਹ ਨੂੰ ਉਸ ਉਮਰ ਵਿੱਚ ਹੀ 20 ਰਜਤਪਣ 20 ਰੁਪਈਏ ਦਿੱਤੇ, ਬੜਾ ਮਾਣ ਕਰਕੇ ਪਿਤਾ ਮਹਿਤਾ ਕਾਲੂ ਜੀ ਨੇ। ਕਹਿੰਦੇ ਕੋਈ ਵਪਾਰ ਬਿਜ਼ਨਸ ਕਰੋ, ਕਹਿੰਦੇ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ, ਜੋ ਪੈਸੇ ਬਚੇ ਉਹਨਾਂ ਸਾਧੂਆਂ ਨੂੰ ਦੇ ਦਿੱਤੇ। ਕਿਰਤ ਕਰੋ, ਮੰਗੋ ਨਾ ਭਾਈ, ਕਿਰਤ ਕਰੋ, ਜਾ ਕੇ ਆਪਣੇ ਬੱਚੇ ਪਾਲੋ। ਇਹ ਸੱਚਾ ਸੌਦਾ ਸੀ ਪਾਤਸ਼ਾਹ ਦਾ। ਇੱਦਾਂ ਵੀ ਜੇ ਤੁਸੀਂ ਵੀ ਆਪਾਂ ਗੁਰੂ ਤੋਂ ਸਿੱਖਣਾ ਹੈ ਭਾਈ, ਉੱਦਾਂ ਨਾ ਕਿਸੇ ਨੂੰ, ਸ਼ਰਾਬੀ ਨੂੰ, ਕੋਈ ਨਸ਼ੇ ਕਰਨ ਵਾਲੇ ਨੂੰ ਦਿਓ। ਕਿਸੇ ਰਿਸ਼ਤੇਦਾਰ ਦੀ ਵੀ ਮਦਦ ਕਰਨੀ, ਉਹਨੂੰ ਪੈਸੇ ਦੇ ਕੇ ਕਹੋ ਕੋਈ ਕਿਰਤ ਕਰ, ਅੱਗੇ ਤੋਂ ਤੂੰ ਮੇਰੇ ਜਾਂ ਕਿਸੇ ਹੋਰ ਦਾ ਅਧੀਨ ਨਾ ਰਵੇਂ, ਆਹ ਲੈ ਪੈਸਿਆਂ ਦੀ ਕੋਈ ਕਿਰਤ ਕਰ। ਇਹ ਸੱਚਾ ਸੌਦਾ ਹੈ। ਕੋਈ ਅੱਗੇ ਕਾਰੋਬਾਰ ਕਰ ਭਾਈ ਇਹਦੇ ਨਾਲ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸਾਰੇ ਪੈਸੇ ਵੰਡ ਆਏ ਨਾ, 20 ਰਜਤਪਣ ਬਹੁਤ ਵੱਡੀ ਕੀਮਤ ਸੀ, ਅੱਜ ਦੇ ਹਿਸਾਬ ਨਾਲ 20 ਲੱਖ ਰੁਪਈਏ ਤੋਂ ਵੱਧ ਬਣਦਾ ਹੈ। ਕੋਈ ਬੱਚਾ 20 ਲੱਖ ਗਵਾ ਕੇ ਆ ਜਾਏ, ਪਿਓ ਤਾਂ ਨਾਰਾਜ਼ ਹੋਏਗਾ ਵੀ ਤੂੰ ਵੰਡ ਕਿਉਂ ਆਇਆ ਭਾਈ, ਵਧਾਉਣ ਲਈ ਦਿੱਤੇ ਸੀ, ਲੰਗਰ ਕਿਉਂ ਲਾਤਾ ਹੈ। ਜਦੋਂ ਉਹ 20 ਰਜਤਪਣ ਪਾਤਸ਼ਾਹ ਇੰਨੇ ਪੈਸੇ ਵੰਡ ਆਏ, ਪ੍ਰਸ਼ਾਦਾ ਛਕਾ ਆਏ, ਕਿਸੇ ਨੇ ਦੱਸ ਦਿੱਤਾ ਮਹਿਤਾ ਕਾਲੂ ਤੇਰਾ ਪੁੱਤ ਤਾਂ ਗਵਾਊ ਆ, ਉਹਨੇ ਸਾਰੇ ਪੈਸੇ ਵੰਡ ਦਿੱਤੇ, ਉਹਨੇ ਸਾਰੇ ਪੈਸਿਆਂ ਦਾ ਲੰਗਰ ਲਾਤਾ, ਪੈਸੇ ਵੰਡ ਦਿੱਤੇ। ਬਹੁਤ ਗੁੱਸੇ 'ਚ ਆ ਗਏ, ਘਰੋਂ ਗੁੱਸੇ 'ਚ ਨਿਕਲੇ।
ਕਿੱਥੇ ਹੈ ਨਾਨਕ? ਗਲੀ ਬਾਜ਼ਾਰ ਚੁਰਸਤੇ ਦੇ ਵਿੱਚ ਲੋਕ ਹੋਰ ਵੀ ਇਕੱਠੇ ਹੋ ਗਏ। ਕਾਹਦਾ ਰੌਲਾ ਪੈਂਦਾ? ਭਾਈ ਮਰਦਾਨੇ ਨੇ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਮਹਾਰਾਜ ਥੋੜਾ ਪਾਸੇ ਹੋ ਜਾਓ, ਤੁਹਾਡੇ ਪਿਤਾ ਜੀ ਬਹੁਤ ਗੁੱਸੇ 'ਚ ਆਉਂਦੇ ਆ, ਪਾਸੇ ਹੋ ਜਾਓ। ਪਰ ਗੁਰੂ ਨਾਨਕ ਸਾਹਿਬ ਖੜੇ ਰਹੇ ਤੇ ਆਉਂਦਿਆਂ ਪਿਤਾ ਮਹਿਤਾ ਕਾਲੂ ਨੇ ਬੜੇ ਜ਼ੋਰ ਨਾਲ ਥੱਪੜ ਕੱਢ ਮਾਰਿਆ ਗੁਰੂ ਨਾਨਕ ਸਾਹਿਬ ਦੇ। ਵੀ ਰਜਤਪਣ ਕਮਾਈ ਏਦਾਂ ਹੀ ਗਵਾਇਆ, ਇੱਕ ਪੁੱਤ ਮਿਲਿਆ ਉਹ ਵੀ ਗਵਾਊ। ਗੁੱਸੇ ਦੇ ਵਿੱਚ ਥੱਪੜ ਮਾਰਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ। ਇੰਨੇ ਨੂੰ ਭੱਜ ਕੇ ਭੈਣ ਨੇ ਆ ਕੇ ਹੱਥ ਫੜ ਲਿਆ। ਬੇਬੇ ਨਾਨਕੀ ਨੇ ਦੂਜਾ ਥੱਪੜ ਨਹੀਂ ਮਾਰਨ ਦਿੱਤਾ, ਪਿਓ ਦੀ ਬਾਂਹ ਖਿੱਚ ਕੇ ਘਰ ਨੂੰ ਲੈ ਗਈ। ਤੇ ਗੁਰੂ ਨਾਨਕ ਸਾਹਿਬ ਗਲੀ ਵਿੱਚ ਹੀ ਖੜੇ ਰਹੇ। ਅਨੇਕਾਂ ਲੋਕ ਵੇਖਦੇ ਸਨ, ਗੱਲਾਂ ਕਰਦੇ ਸਨ। ਮਰਦਾਨੇ ਨੇ ਬਾਂਹ ਫੜ ਕੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਮੈਂ ਤੁਹਾਨੂੰ ਕਹਿੰਦਾ ਸੀ ਪਾਸੇ ਹੋ ਜਾਓ, ਹੁਣ ਸਾਰਿਆਂ ਦੇ ਸਾਹਮਣੇ ਤੁਹਾਡੇ ਥੱਪੜ ਮਾਰਿਆ, ਮਹਾਰਾਜ ਤੁਹਾਨੂੰ ਬੇਇੱਜ਼ਤੀ ਨਹੀਂ ਮਹਿਸੂਸ ਹੋਈ? ਆ ਸੁਣਿਓ, ਕੋਈ ਹੋਰ ਬੰਦਾ ਓਏ ਵੀ ਕਵੇ ਨਾ, ਬੰਦਾ ਕਹਾਉਂਦਾ ਨਹੀਂ। ਤੇ ਪਿਓ ਸਾਧ ਸੰਗਤ, ਪੁੱਤ ਭਾਵੇਂ ਖੁਦ ਬੱਚਿਆਂ ਵਾਲਾ ਹੋਵੇ, ਪਿਓ ਨੂੰ ਅਧਿਕਾਰ ਹੈ, ਉਹ ਜੁੱਤੀ ਖੋਲ ਸਕਦਾ ਆਪਣੇ ਪੁੱਤ ਦੇ ਉੱਤੇ, ਕਹਿ ਸਕਦਾ ਮੈਂ ਤੇਰੇ ਥੱਪੜ ਮਾਰੂ। ਹੋਰ ਨਹੀਂ ਕੋਈ ਕਹਿ ਸਕਦਾ, ਕੋਈ ਕਹਾਉਂਦਾ ਕਿਸੇ ਤੋਂ, ਪਿਓ ਕਹਿ ਸਕਦਾ। ਅੱਜ ਜਦੋਂ ਭਾਈ ਮਰਦਾਨੇ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਤੁਹਾਡੀ ਇੰਨੀ ਇੱਜ਼ਤ ਹੈ, ਰਾਏ ਬੁਲਾਰ ਤੁਹਾਨੂੰ ਰੱਬ ਮੰਨਦਾ ਹੈ, ਪੰਡਤ ਤੁਹਾਨੂੰ ਮੱਥਾ ਟੇਕਦੇ ਨੇ, ਸਾਰਿਆਂ ਦੇ ਸਾਹਮਣੇ ਪਿਤਾ ਜੀ ਨੇ ਥੱਪੜ ਮਾਰਿਆ, ਤੁਹਾਨੂੰ ਗੁੱਸਾ ਨਹੀਂ ਲੱਗਾ? ਮਹਾਰਾਜ ਤੁਹਾਨੂੰ ਗੁੱਸਾ ਨਹੀਂ ਆਇਆ? ਪਾਤਸ਼ਾਹ ਮੁਸਕਰਾ ਕੇ ਕਹਿੰਦੇ, ਨਹੀਂ ਮਰਦਾਨਿਆ, ਮੈਨੂੰ ਗੁੱਸਾ ਨਹੀਂ ਆਇਆ। ਪਤਾ ਕਿਉਂ? ਮਰਦਾਨਿਆ, ਦੁਨੀਆ ਮੈਨੂੰ ਰੱਬ ਕਹਿੰਦੀ ਹੋਏਗੀ, ਰਾਏ ਬੁਲਾਰ ਮੈਨੂੰ ਰੱਬ ਕਰਕੇ ਮੰਨਦਾ, ਹੋਰ ਦੁਨੀਆ ਦੇ ਲੋਕ ਮੈਨੂੰ ਰੱਬ ਕਹਿੰਦੇ ਨੇ। ਅੱਜ ਮੇਰੇ ਪਿਓ ਨੇ ਮੇਰੇ ਥੱਪੜ ਸਾਰਿਆਂ ਦੇ ਸਾਹਮਣੇ ਮਾਰਿਆ, ਅੱਜ ਦੁਨੀਆ ਨੂੰ ਵੀ ਇਹ ਪਤਾ ਲੱਗ ਜਾਏਗਾ। ਉਹ ਦੁਨੀਆ ਦੇ ਲੋਕੋ, ਪਿਓ ਦਾ ਰੁਤਬਾ ਬਹੁਤ ਉੱਚਾ ਹੁੰਦਾ, ਜੇ ਪਿਓ ਰੱਬ ਦਾ ਵੀ ਹੋਵੇ, ਰੱਬ ਦੇ ਵੀ ਥੱਪੜ ਮਾਰ ਸਕਦਾ। ਪਿਓ ਦੀ ਹਸਤੀ ਕੋਈ ਛੋਟੀ ਨਹੀਂ ਹੈ। ਪਰ ਪਿਓ ਦਾ ਉਦੋਂ ਪਤਾ ਲੱਗਦਾ ਜਦੋਂ ਉਹ ਛਾਂ ਘਰ ਦੇ ਵਿੱਚੋਂ ਬੂਟਾ ਚਲਿਆ ਜਾਂਦਾ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ, ਜਿੱਥੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਉੱਥੇ ਪਰਿਵਾਰ ਨੂੰ ਵੀ ਪਾਤਸ਼ਾਹ ਔਰ ਮਾਤਾ ਗੁਰਦੇਵ ਕੌਰ ਜੀ ਇਹਨਾਂ ਨੂੰ ਬਲ ਬਖਸ਼ਣ, ਇਸ ਭਾਣੇ ਨੂੰ ਮੰਨ ਸਕਣ। ਔਰ ਮੈਂ ਕਈ ਵਾਰ ਕਹਿੰਦਾ ਹੁੰਦਾ, ਜਿੱਥੇ ਪੁੱਤਾਂ ਨੂੰ ਪਿਓ ਦਾ ਆਸਰਾ ਹੁੰਦਾ ਨਾ, ਉੱਥੇ ਧੀਆਂ ਨੂੰ ਬਹੁਤ ਵੱਡਾ ਆਸਰਾ ਹੁੰਦਾ। ਜਿੰਨੀ ਦੇਰ ਪਿਓ ਬੈਠਾ, ਉਨੀ ਦੇਰ ਧੀ ਨੂੰ ਐਂ ਲੱਗਦੀ ਵੀ ਮੇਰੇ ਮਾਂ ਪਿਓ ਬੈਠੇ, ਮੇਰੇ ਪੇਕੇ ਆ, ਮੇਰੇ ਮਾਂ ਦਾ ਘਰ ਆ, ਮੇਰੇ ਪਿਓ ਦਾ ਘਰ ਹੈ। ਕਿਸੇ ਵੀ ਗੱਲ ਤੇ ਸਮਾਜ 'ਚ ਵੇਖਿਓ, ਕਿਸੇ ਨੂੰ ਬੰਦਾ ਟਣਕਾ ਕੇ ਕਵੇ ਤਾਂ ਉਹ ਗੁੱਸੇ 'ਚ ਕਹਿੰਦਾ, ਤੂੰ ਐਵੇਂ ਰੋਹ ਪਾਉਣਾ, ਤੇਰੇ ਪਿਓ ਦਾ। ਕਦੇ ਚਾਚੇ ਤਾਏ ਮਾਮਿਆਂ ਦਾ ਨਹੀਂ ਕਹਿੰਦਾ। ਜਦੋਂ ਕਹੇਗਾ ਤੇਰੇ ਪਿਓ ਦੀ ਇਹ ਚੀਜ਼, ਇਹਦਾ ਮਤਲਬ ਪਿਓ ਦਾ ਰਿਸ਼ਤਾ ਹੀ ਇੱਦਾਂ ਦਾ। ਮਾਂ ਪਿਓ ਦੇ ਬੈਠਿਆਂ ਧੀਆਂ ਨੂੰ ਐਂ ਲੱਗਦਾ ਵੀ ਸਾਡੇ ਪੇਕੇ ਨੇ, ਮੇਰਾ ਘਰ ਹੈ, ਮੇਰੇ ਪਿਓ ਦਾ ਘਰ ਹੈ, ਮੇਰੀ ਮਾਂ ਦਾ ਘਰ ਹੈ। ਬਾਅਦ ਵਿੱਚ ਭਰਾ ਭਰਜਾਈਆਂ ਭਾਵੇਂ ਲੱਖ ਪਿਆਰ ਕਰਨ, ਪਰ ਮੈਨੂੰ ਮਾਫ ਕਰਿਓ, ਆਪਾਂ ਸਾਰੇ ਉਹਨਾਂ ਰਿਸ਼ਤਿਆਂ ਵਿੱਚ ਰਹਿੰਦੇ ਹਾਂ। ਪਿਆਰ ਸਤਿਕਾਰ ਭਰਾ ਭਾਵੇਂ ਲੱਖ ਦੇਣ, ਪਰ ਸੱਜਣੋ, ਪਿਓ ਦੇ ਜਾਣ ਤੋਂ ਬਾਅਦ ਧੀਆਂ ਨੂੰ ਐਂ ਲੱਗਦਾ ਹੁਣ ਮੇਰੇ ਪੇਕਿਆਂ ਦਾ ਅਧਿਕਾਰ ਜਿਹਾ ਘਟ ਗਿਆ। ਉਹ ਆਉਂਦੀਆਂ ਨੇ ਪੇਕੇ, ਫਿਰ ਕਈ ਵਾਰ ਉਹ ਧੀਆਂ ਦਾ ਐਂ ਹੌਸਲਾ ਨਹੀਂ ਪੈਂਦਾ ਵੀ ਆਪ ਰਸੋਈ 'ਚ ਜਾ ਕੇ ਪਾਣੀ ਲੈ ਲੈਣ, ਆਪ ਕਿਸੇ ਚੀਜ਼ ਨੂੰ ਹੱਥ ਲਾ ਲੈਣ। ਉਹਨਾਂ ਨੂੰ ਐਂ ਲੱਗਦਾ ਜੋ ਪਰੇ ਜਿਹਾ ਹੋ ਗਿਆ। ਇਹ ਸੰਸਾਰ ਦੇ ਰਿਸ਼ਤੇ ਨੇ, ਆਪਾਂ ਸੰਸਾਰੀ ਰਿਸ਼ਤਿਆਂ ਦੀ ਕਦਰ ਕਰਨੀ ਹੈ, ਆਪਣੇ ਮਾਂ ਪਿਓ ਦੀ ਕਦਰ ਕਰਨੀ ਹੈ। ਗੁਰੂ ਅੱਗੇ ਅਰਦਾਸ ਕਰਿਓ, ਵਿਛੜੀ ਹੋਈ ਆਤਮਾ ਨੂੰ ਚਰਨਾਂ ਕਮਲਾਂ 'ਚ ਨਿਵਾਸ ਦੇਣ, ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹ ਬਹੁਤ ਚੰਗੇ ਸੰਸਕਾਰ ਨੇ, ਚੰਗੇ ਪਰਿਵਾਰਾਂ ਦੀ ਨਿਸ਼ਾਨੀ ਹੈ। ਉੱਥੇ ਵੀ ਕੈਨੇਡਾ ਵਿੱਚ ਰਹਿ ਕੇ ਸਰੀਰ ਉੱਥੇ ਉਹਨਾਂ ਨੇ ਛੱਡਿਆ, ਉੱਥੇ ਫਿਊਨਲ ਤੋਂ ਬਾਅਦ ਉੱਥੇ ਵੀ ਅਰਦਾਸ ਬੇਨਤੀ ਪਾਠ ਕੀਰਤਨ ਕਥਾ ਜੋ ਵੀ ਹੈ ਆਪਣੀ ਰੀਤੀ ਰਿਵਾਜ ਰਸਮ ਉੱਥੇ ਵੀ ਮਰਿਆਦਾ ਨਿਭਾਈ। ਹੁਣ ਆਪਣੇ ਪਿੰਡ ਆ ਕੇ ਵੀ ਇਹ ਚੰਗੇ ਪਰਿਵਾਰਾਂ ਦੀ ਨਿਸ਼ਾਨੀ ਹੈ, ਜਿਹੜੇ ਫਿਰ ਆਪਣੀ ਰਿਸ਼ਤੇਦਾਰੀ ਪਰਿਵਾਰਾਂ 'ਚ ਪਿੰਡਾਂ 'ਚ ਆ ਕੇ ਫਿਰ ਆਪਣੇ ਉਹ ਬਜ਼ੁਰਗਾਂ ਦਾ ਇਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੇ ਨੇ, ਅਰਦਾਸ ਕਰਾਉਂਦੇ ਨੇ। ਨਹੀਂ ਤਾਂ ਇੱਥੇ ਗੜਸ਼ੰਕਰ ਦੇ ਲਾਗੇ ਥੋੜ੍ਹੇ ਸਾਲ ਪਹਿਲਾਂ ਅਸੀਂ ਜ਼ਮੀਨ ਲਈ, ਤਾਂ ਜਿਹੜੇ ਬੰਦੇ ਤੋਂ ਜ਼ਮੀਨ ਲਈ ਨਾ, ਬੜੇ ਦੁੱਖ ਦੀ ਗੱਲ ਹੈ, ਉਹ ਬੰਦਾ ਉੱਥੇ ਕੈਨੇਡਾ ਇੱਥੇ ਜ਼ਮੀਨ ਵੇਚਣ ਆਇਆ ਰਿਹਾ, ਤਾਂ ਹੋਟਲ 'ਚ ਸੌਦਾ ਹੋ ਗਿਆ। ਜਿੱਦਣ ਅਸੀਂ ਜ਼ਮੀਨ ਦੀ ਰਜਿਸਟਰੀ ਕਰਾਉਣੀ ਸੀ,
ਤਾਂ ਉਦਣ ਉਹ ਸਾਨੂੰ ਕਹਿੰਦਾ ਵੀ ਮੈਂ ਜ਼ਮੀਨ ਤਾਂ ਦੇਣੀ ਹੈ ਜੇ ਮੇਰਾ ਘਰ ਲਾਉਂਗੇ ਵਿੱਚ। ਅਸੀਂ ਕਹਿੰਦੇ ਕਿ ਘਰ ਦੀ ਤਾਂ ਗੱਲ ਹੀ ਨਹੀਂ ਹੋਈ। ਕਹਿੰਦਾ ਜੀ 3.5 ਲੱਖ ਉਹਦਾ ਬਣਦਾ, 3 ਲੱਖ ਦੇ ਦਿਓ, ਮੈਂ ਜ਼ਮੀਨ ਤਾਂ ਦੇਣੀ ਜੇ ਘਰ ਲਾਉਂਗੇ। ਉਹਦਾ ਪਿੰਡ ਇੱਥੇ ਗੜ੍ਹਸ਼ੰਕਰ ਦੇ ਨਾਲ ਹੀ ਹੈ। ਚਲੋ ਵਿੱਚ ਬੰਦਿਆਂ ਨੇ ਕਿਹਾ ਵੀ ਕੋਈ ਗੱਲ ਨਹੀਂ 3 ਲੱਖ ਹੋਰ ਸਹੀ, ਉਹ ਘਰ ਵੀ ਲਿਖਾ ਲਿਆ। ਉਹ ਤਾਂ ਸਾਨੂੰ ਉਹਦੇ ਜਾਣ ਤੋਂ ਬਾਅਦ ਵਿੱਚ ਪਤਾ ਲੱਗਾ ਉਹ ਬੰਦਾ ਆਪਣੇ ਘਰ ਨਹੀਂ ਵੜਿਆ, ਮਾਂ ਪਿਓ ਦੀ ਜਗ੍ਹਾ 'ਚ ਨਹੀਂ ਵੜਿਆ। ਉਹ ਫਿਰ ਪਿੰਡ ਵਾਲਿਆਂ ਨੇ ਕਿਹਾ, ਕਹਿੰਦੇ ਭਾਈ ਸਾਹਿਬ ਜੀ ਇਹਦੀ ਤਾਂ ਇੱਥੇ ਮਾਂ ਮਰ ਗਈ, ਇਹਨੇ ਉੱਥੋਂ ਪੈਸੇ ਭੇਜਤੇ ਵੀ ਭੋਗ ਪਵਾ ਦਿਓ, ਆਇਆ ਹੀ ਨਹੀਂ, ਕਹਿੰਦਾ ਟਿਕਟਾਂ ਨਹੀਂ ਮਿਲਦੀ। ਇਹ ਤਾਂ ਮੁੜ ਕੇ ਮਾਂ ਨੂੰ ਵੇਖਣ ਤੱਕ ਨਹੀਂ ਆਇਆ। ਚੱਲ ਜੇ ਉਦੋਂ ਕੋਈ ਮਜਬੂਰੀ ਸੀ ਹੁਣ ਆ ਕੇ ਕਰਵਾ ਲੈਂਦਾ, ਹੁਣ ਤਾਂ ਪਿੰਡ ਵੜਿਆ ਹੀ ਨਹੀਂ ਨਾ। ਕਹਿੰਦਾ ਵੀ ਮੈਂ ਤਾਂ ਪਿੰਡ ਹੀ ਨਹੀਂ ਵੜਿਆ। ਇੱਦਾਂ ਦੇ ਵੀ ਕਿਰਤਕਣ ਲੋਕ ਆ। ਤਾਂ ਬਾਅਦ ਵਿੱਚ ਉਹ ਘਰ ਸਾਨੂੰ ਇੱਦਾਂ ਹੀ, ਉਹ ਪਿੰਡ ਵਿੱਚ ਅਸੀਂ ਕਿਹਾ ਭਾਈ ਜੇ ਕਿਸੇ ਨੇ ਲੈਣਾ ਇੱਦਾਂ ਹੀ ਵੇਚ, ਤਾਂ ਉੱਥੇ ਪੈਰ ਪਾਉਣ ਨੂੰ ਜੀ ਨਹੀਂ ਕੀਤਾ। ਵੀ ਇੱਦਾਂ ਦੇ ਕਿਰਤਕਣ ਲੋਕ ਵੀ ਇਸ ਧਰਤੀ 'ਤੇ। ਜਿਸ ਮਾਂ ਨੇ, ਜਿਸ ਪਿਓ ਨੇ ਇੰਨਾ ਕੁਝ ਸਾਡੇ ਲਈ ਕੀਤਾ ਹੋਵੇ ਭਾਈ, ਉਹਦੇ ਵਾਸਤੇ ਅਸੀਂ ਇੰਨਾ ਕੁ ਤਾਂ ਸਾਡਾ ਫਰਜ਼ ਬਣਦਾ ਹੈ। ਇਹ ਚੰਗੇ ਪਰਿਵਾਰਾਂ ਦੀ ਨਿਸ਼ਾਨੀ ਹੈ। ਮੈਂ ਇਹਨਾਂ ਦਾ ਧੰਨਵਾਦ ਕਰਦਾ ਦੋਵਾਂ ਭਰਾਵਾਂ ਦਾ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਹੁਣ ਰਹਿੰਦਾ ਸਮਾਂ ਵੀ ਆਪਣੇ ਮਾਤਾ ਜੀ ਦੀ ਸੇਵਾ ਕਰਨੀ ਹੈ, ਸਤਿਕਾਰ ਕਰਨਾ, ਇਹ ਮਾਣ ਖੱਟਣਾ। ਹੋਰ ਇੱਥੇ ਅਰਬਾਂਪਤੀ ਦੁਨੀਆ ਪਈ ਹੈ, ਪੈਸੇ ਦੀ ਕਿਸੇ ਕੋਲ ਘਾਟ ਨਹੀਂ, ਪਰ ਸਾਧ ਸੰਗਤ ਅੱਜ ਜਿਹੜੀ ਸੇਵਾ ਕਮਾਉਣੀ ਹੈ, ਸਮਾਜ ਵਿੱਚ ਮਾਣ ਖੱਟਣਾ, ਇਹ ਬਹੁਤ ਵੱਡੀ ਚੀਜ਼ ਹੈ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇਹਨਾਂ ਕੋਲੋਂ ਹੋਰ ਪਰਿਵਾਰਾਂ ਨੂੰ ਵੀ ਸੋਝੀ ਮਿਲੇ। ਅਸੀਂ ਆਪਣੇ ਮਾਪਿਆਂ ਦੀ ਕਦਰ ਕਰੀਏ, ਜਿਉਂਦਿਆਂ ਜੀ ਵੀ ਤੇ ਜਾਣ ਤੋਂ ਬਾਅਦ ਵੀ। ਜਿਹੜੀ ਸੋਭਾ ਆ ਸਮਾਜ ਵਿੱਚ, ਉਹ ਇੱਦਾਂ ਸਾਨੂੰ ਸਦਾ ਹੀ ਬਰਕਰਾਰ ਰੱਖਣੀ ਚਾਹੀਦੀ। ਸਭ ਸੰਗਤਾਂ ਦਾ ਧੰਨਵਾਦ।